ਕਿ ਜਦੋਂ ਮੈਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਦਿੱਤਾ ਸੀ, ਪਤਾ ਨਹੀਂ ਕਿੱਥੋਂ ਕੱਢਿਆ ਸੀ ਤੇ ਜਾਂ ਨਵਜੋਤ ਸਿੰਘ ਸਿੱਧੂ ਨੇ ਆਪ ਅਸਤੀਫਾ ਦਿੱਤਾ ਸੀ, ਸਾਨੂੰ ਤੇ ਅਜੇ ਤੱਕ ਇਹੋ ਹੀ ਪਤਾ ਹੈ। ਜਦੋਂ ਮੈਂ ਇਹਨੂੰ ਕੱਢ ਦਿੱਤਾ ਸੀ, ਫਿਰ ਪਾਕਿਸਤਾਨ ਤੋਂ ਇੱਕ ਫੋਨ ਆਇਆ ਕਿ ਇਹ ਸਾਡੇ ਪ੍ਰਧਾਨ ਮੰਤਰੀ ਦੇ ਬਹੁਤ ਕਰੀਬੀ ਦੋਸਤ ਹੈ, ਜੇ ਤੁਸੀਂ ਇਹਨਾਂ ਨੂੰ ਮੰਤਰੀ ਬਣਾਓ ਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਅੱਜ ਦੇ ਉਹਨਾਂ ਦੇ ਬਿਆਨ ਨੂੰ ਰਿਲੇਟ ਕਰੀਏ ਕਿ ਮੈਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਇਹ ਦਿਮਾਗੀ ਤੌਰ ਤੇ ਬੰਦਾ ਠੀਕ ਨਹੀਂ, ਬਿਲਕੁਲ ਇਸ ਨੂੰ ਪਾਰਟੀ ਵਿੱਚ ਨਾ ਰੱਖੀਏ। ਇਹ ਗੱਲ ਕਿਤੇ ਮੈਚ ਕਰਦੀ ਹੈ? ਬਿਲਕੁਲ। ਜਾਂ ਤੁਸੀਂ ਉਦੋਂ ਝੂਠ ਬੋਲ ਰਹੇ ਸੀ ਜਾਂ ਤੁਸੀਂ ਹੁਣ ਝੂਠ ਬੋਲ ਰਹੇ ਤੇ ਜਾਂ ਇਹ ਆਖ ਰਹੀਏ ਕਿ ਤੁਸੀਂ ਉਦੋਂ ਵੀ ਲੋਕਾਂ ਨੂੰ ਬੁੱਧੂ ਬਣਾ ਰਹੇ ਸੀ ਤੇ ਹੁਣ ਵੀ ਬੁੱਧੂ ਬਣਾ ਰਹੇ ਹੋ। ਰਾਣਾ ਗੁਰਜੀਤ ਸਿੰਘ ਨੂੰ ਜੋ ਕੈਪਟਨ ਦੀ ਹਮਾਇਤ ਪ੍ਰਾਪਤ ਸੀ ਉਹ ਨਹੀਂ ਰਹੀ, ਪਰ ਫਿਰ ਵੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਜਿਹੜਾ ਸੀ ਉਹ ਦੱਸਦੇ ਰਹੇ ਰਾਣਾ ਗੁਰਜੀਤ ਸਿੰਘ। ਰਾਣਾ ਗੁਰਜੀਤ ਸਿੰਘ ਉੱਥੇ ਨਹੀਂ ਰੁਕੇ, ਸੁਖਪਾਲ ਸਿੰਘ ਖਹਿਰਾ ਦੇ ਹਲਕੇ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਪੂਰੀ ਜ਼ੋਰ ਸ਼ੋਰ ਨਾਲ ਠੋਕ ਕੇ ਹੈ। ਕਿਤੇ ਦੋਨੇ ਇਕੱਤਰ ਹੋ ਜਾਣ ਤੇ ਫਿਰ ਉੱਥੇ ਸਿਆਸੀ ਫੁੱਲ ਝੜੀਆਂ ਚੱਲਦੀਆਂ ਨੇ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਨੇ ਕੇਂਦਰ ਦੇ ਵਿੱਚ ਸਿਰਫ ਇੱਕ ਵਾਰ ਮੈਜੋਰਿਟੀ ਸਰਕਾਰ ਬਣਾਈ ਆ, ਬਾਕੀ ਵਾਰੀ ਉਹਨਾਂ ਨੂੰ ਬਹੁਮਤ ਨਹੀਂ ਮਿਲਿਆ। ਮਿਲ ਜੋਲ ਵਾਲੀਆਂ ਟੁੱਟੀਆਂ ਭੱਜੀਆਂ ਸਰਕਾਰਾਂ ਚੱਲੀਆਂ ਨੇ, ਚਾਹੇ ਉਹ ਡਾਕਟਰ ਮਨਮੋਹਨ ਸਿੰਘ ਦੀ ਹੋਵੇ ਜਾਂ ਨਰਸਿਮਹਾ ਰਾਓ ਦੀ ਹੋਵੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਆਪਣੇ ਆਪ ਨੂੰ ਦਲਿਤ ਭਾਈਚਾਰੇ ਦਾ ਚਿਹਰਾ ਵੀ ਪੇਸ਼ ਕਰ ਰਹੇ ਨੇ ਤੇ ਆਮ ਆਦਮੀ ਵੀ ਕਹਿੰਦੇ ਨੇ, ਆਮ ਆਦਮੀ ਵੀ ਕਹਿੰਦੇ ਨੇ, ਅਸਲੀ ਆਮ ਆਦਮੀ ਕਹਿੰਦੇ ਨੇ ਆਪਣੇ ਆਪ ਨੂੰ। ਹੁਣ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਯਾਰ ਉਹਨੂੰ ਕੱਪੜੇ ਤੇ ਚੰਗੇ ਲੈ ਕੇ ਦਿਓ। ਭਾਜਪਾ ਨੂੰ ਮਾਤ ਦੇਣ ਲਈ ਸਾਨੂੰ ਲੰਬੇ ਤੌਰ ਤੇ ਰਣਨੀਤਿਕ ਲੜਾਈ ਲੜਨ ਦੀ ਲੋੜ ਹੈ। ਫਰੰਟ ਜਿਹੜਾ ਹੈ ਕਿਸੇ 2-4 ਲੀਡਰਾਂ ਦੇ ਬੈਠਣ ਨਾਲ ਨਹੀਂ ਬਣਨਾ। ਇਸ ਪ੍ਰਤੀ ਸਾਨੂੰ ਨੀਤੀ ਤਿਆਰ ਕਰਨੀ ਪਏਗੀ। ਅਕਾਲੀ ਦਲ ਵਾਲੇ ਕੁਝ ਕਹਿ ਰਹੇ ਨੇ, ਕਾਂਗਰਸ ਨੇ ਬਹੁਤ ਵੱਡੇ ਵਾਅਦੇ ਕੀਤੇ ਨੇ ਤੇ ਕੇਜਰੀਵਾਲ ਨੇ ਤੇ ਸ਼ੁਰੂਆਤੀ ਵਾਅਦਿਆਂ ਤੋਂ ਕੀਤੀ ਸੀ। ਬਿਲਕੁਲ, ਉਹਨਾਂ ਦੇ ਮਗਰ ਹੀ ਸਾਰੇ ਲੱਗ ਗਏ, ਮਗਰ ਲੱਗ ਗਏ ਨੇ ਸਾਰੇ। ਬਿਲਕੁਲ। ਹੁਣ ਵਾਅਦੇ ਜਿਹੜੇ ਨੇ ਇਹਨਾਂ ਵਿੱਚੋਂ ਕੁਝ ਵਾਅਦੇ ਤੇ ਜਿਹੜੇ ਨੇ ਵਾਕਿਆ ਹੀ ਉਹ ਠੀਕ ਹੁੰਦੇ ਨੇ ਤੇ ਬਾਕੀ ਤੇ ਸਿਰਫ ਵੋਟਰਾਂ ਨੂੰ ਭਰਮਾਉਣ ਦਾ ਯਤਨ ਹੁੰਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਕੁਝ ਖਾਸ ਖਬਰਾਂ ਤੇ ਚਰਚਾ ਕਰਾਂਗੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਰਾਣਾ ਗੁਰਜੀਤ ਸਿੰਘ ਇਸ ਵੇਲੇ ਹਾਈ ਕਮਾਂਡ ਨਾਲ ਸਿੱਧੀ ਟੱਕਰ ਲੈਣ ਦੇ ਮੂਡ ਵਿੱਚ ਨੇ। ਇਸ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਚਰਚਾ ਕਰਾਂਗੇ ਜੀ ਸੁਪਰੀਮ ਕੋਰਟ ਹੈ ਉਹ ਸਖਤ ਹੋ ਗਈ ਹੈ ਸਿਆਸਤਦਾਨਾਂ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਤੇ। ਇਹਨਾਂ ਦੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਦੇਵ ਥਰੀਕੇਵਾਲਾ ਤੋਂ, ਜਿਹੜੇ ਕਿ ਗੀਤਕਾਰ ਨੇ ਤੇ ਇਸ ਫਾਨੀ ਦੁਨੀਆ ਨੂੰ ਬੀਤੇ ਕੱਲ ਅਲਵਿਦਾ ਕਹਿ ਗਏ ਨੇ ਤੇ ਅੱਜ ਉਹਨਾਂ ਦਾ ਸੰਸਕਾਰ ਹੈ। ਸੋ ਅਸੀਂ ਆਪਣੇ ਪ੍ਰੋਗਰਾਮ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਸ਼ੁਰੂਆਤ ਕਰਦੇ ਹਾਂ। ਦੇਵ ਥਰੀਕੇਵਾਲਾ ਤੇ ਹਰਦੇਵ ਸਿੰਘ ਦਿਲਗੀਰ ਜੀ ਇੱਕੋ ਵਿਅਕਤੀ ਦੇ ਨਾਮ ਨੇ। ਬਿਲਕੁਲ। ਮੈਂ ਇਹ ਕਹਾਂ ਕਿ ਉਹਨਾਂ ਨੇ ਪੁਸਤਕਾਂ ਵੀ ਲਿਖੀਆਂ, ਕਹਾਣੀਆਂ ਵੀ ਲਿਖੀਆਂ, ਗੀਤ ਲਿਖੇ ਤੇ ਜਿਹੜੀ ਉਹਨਾਂ ਦੀ ਵੰਨਗੀ ਸੀ ਉਹ ਦੁਬਾਰਾ ਨਹੀਂ ਲੱਭਣੀ। ਇਹ ਗੱਲ ਪੱਕੀ ਹੈ। ਅੱਜ ਜੇ ਕਿਸੇ ਨੇ ਕੁਝ ਗਾਉਣਾ ਹੋਵੇ ਜਾਂ ਕਿਸੇ ਨੇ ਲਿਖਣਾ ਹੋਵੇ ਜਾਂ ਕਿਸੇ ਨੇ ਫਿਲਮ ਬਣਾਉਣੀ ਹੋਵੇ ਕਿ ਉਹ ਸੋਚੇਗਾ ਕਿ ਮੈਂ ਹੀਰ ਤੇ ਮਿਰਜ਼ਾ ਤੇ ਜਾਂ ਸੱਸੀ ਤੇ ਜਾਂ ਸਾਡੀਆਂ ਜਿਹੜੀਆਂ ਦੁਰਲਭ ਭੱਟੀ ਹੈ, ਜਿੰਨਾ ਪੰਜਾਬ ਦਾ ਫੋਕਲੋਰ ਹੈ, ਕੀ ਮੈਂ ਇਸ ਨੂੰ ਚਿਤਰਣ ਕਰਕੇ ਇਸ ਤੇ ਕੋਈ ਗੀਤ ਲਿਖ ਕੇ ਉਸ ਵਿੱਚੋਂ ਕੁਝ ਖੱਟ ਸਕਦਾ ਜਾਂ ਖੱਟ ਸਕਦੀ ਹਾਂ, ਜਿਸ ਨੂੰ ਗਾ ਕੇ ਕੁਝ ਹਾਸਲ ਹੋ ਸਕਦਾ ਹੈ। ਕੋਈ ਸੁਣੇਗਾ ਉਸ ਨੂੰ, ਕੋਈ ਪੜ੍ਹੇਗਾ, ਕੋਈ ਦੇਖੇਗਾ। ਇਹ ਸਾਰੀਆਂ ਗੱਲਾਂ ਨੂੰ ਇੱਕ ਜਗ੍ਹਾ ਅਗਰ ਇਕੱਠਿਆਂ ਕਰਨਾ ਹੋਵੇ ਤੇ ਪੰਜਾਬੀ ਦਾ ਮੱਧਕਾਲੀਨ ਸਾਹਿਤ, ਉੱਥੋਂ ਦੀਆਂ ਸਾਡੀਆਂ ਕਹਾਣੀਆਂ, ਸਾਡੇ ਪ੍ਰਸੰਗ, ਸਾਡੇ ਕਿੱਸੇ ਜਿਹੜੇ ਬਿਲਕੁਲ ਵਿਸਰਦੇ ਜਾ ਰਹੇ ਨੇ, ਵਿਸਰ ਚੁੱਕੇ ਨੇ ਨਵੀਂ ਪੀੜ੍ਹੀ ਨੂੰ ਜੀ, ਨਾ ਉਹਨਾਂ ਨੂੰ ਕੋਈ ਪੜ੍ਹਨੇ ਨੂੰ ਤਿਆਰ ਹੈ। ਪੰਜਾਬੀ ਬੋਲੀ ਜਿੱਥੋਂ ਜਿਸ ਦਾ ਮੁੱਢ ਵੱਜਾ ਸੀ, ਇੰਨਾ ਰਿਚ ਕਲਚਰ ਹੈ। ਗੱਲਾਂ 100 ਹੋ ਸਕਦੀਆਂ ਨੇ ਜੀ, ਪਰ ਅਸਲੀ ਗੱਲ ਇਹ ਹੈ ਕਿ ਸਾਡਾ ਬਹੁਤ ਅਮੀਰ ਵਿਰਸਾ ਹੈ ਜਿਸ ਨੂੰ ਕੁਝ ਇੱਕ ਲੋਕਾਂ ਨੇ ਸਾਂਭਿਆ, ਬਿਲਕੁਲ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ ਤੇ ਗਲੇ ਦੇ ਨਾਲ ਗਾਇਆ ਤੇ ਲਿਖਿਆ ਵੀ ਤੇ ਕਿਤਾਬਾਂ ਵੀ ਛਪੀਆਂ। ਉਹਨਾਂ ਵਿੱਚੋਂ ਇੱਕ ਦੇਵ ਥਰੀਕੇਵਾਲਾ ਸੀ। ਹੁਣ ਅੱਜ ਮੈਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਵੇਖ ਰਿਹਾ ਸੀ, ਬੇਹੱਦ ਦੁੱਖ, ਅਫਸੋਸ। ਠੀਕ ਹੈ,
ਉਹ ਸਾਰੀਆਂ ਗੱਲਾਂ ਅਫਸੋਸ ਵੀ ਆ, ਪਰ ਚਲੋ ਇੱਕ ਭਰਪੂਰ ਜ਼ਿੰਦਗੀ ਜਿਉਂ ਕੇ ਗਏ ਨੇ, ਮੈਂ ਇਸ ਤਰ੍ਹਾਂ ਆਖ ਲਵਾਂ। ਹਾਲਾਂਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਸੀ, ਜਿਸ ਕਰਕੇ ਝਟਕਾ ਉਹਨਾਂ ਨੂੰ ਲੱਗਾ ਸੀ, ਫਿਰ ਵੀ ਆਪਣੇ ਤੌਰ ਤੇ ਉਹ ਭਰਪੂਰ ਜ਼ਿੰਦਗੀ ਜਿਉਂ ਕੇ ਗਏ ਨੇ। 82-83 ਸਾਲ ਦੀ ਉਹਨਾਂ ਦੀ ਉਮਰ ਸੀ। ਹੁਣ ਉਮਰ ਦੀ ਜੇ ਗੱਲ ਕਰੀਏ ਤਾਂ ਬਾਪੂ ਜਸਵੰਤ ਸਿੰਘ ਕੰਵਲ ਵਰਗੀ ਉਮਰ ਤੇ ਹਰ ਕਿਸੇ ਦੀ ਹੋ ਨਹੀਂ ਸਕਦੀ, ਬਿਲਕੁਲ ਉਹ ਇੱਕ ਐਕਸੈਪਸ਼ਨ ਸੀ। ਦੇਵ ਤਰੀਕਿਆਂ ਵਾਲਿਆਂ ਨੇ ਪੰਜਾਬੀ ਦੇ ਉਹ ਅੰਗ, ਉਹ ਵੰਨਗੀ ਲਿਖੀ ਤੇ ਲੋਕਾਂ ਨੂੰ ਉਹ ਇੱਕ ਖਜ਼ਾਨੇ ਦੇ ਰੂਪ ਵਿੱਚ ਦੇ ਗਏ ਜੀ, ਜੋ ਦੁਬਾਰਾ ਮੈਨੂੰ ਨਹੀਂ ਲੱਗਦਾ ਕਿ ਕੋਈ ਕਲਮ ਇੱਧਰ ਨੂੰ ਹੁਣ ਚੱਲੇਗੀ। ਸਮਾਂ ਵੀ ਬਦਲ ਗਿਆ ਹੋਵੇਗਾ, ਲੋੜ ਵੀ ਬਦਲ ਗਈ ਹੋਵੇਗੀ ਤੇ ਟੇਸਟ ਵੀ ਬਦਲ ਗਏ ਹੋਣਗੇ, ਬਿਲਕੁਲ, ਪਰ ਅੱਜ ਵੀ ਜੋ ਉਹਨਾਂ ਦਾ ਲਿਖਿਆ ਹੈ ਬੱਚੇ ਨੂੰ ਯਾਦ ਸੀ ਉਸ ਵੇਲੇ, ਹੁਣ ਜਿਹੜਾ ਸਾਡੀ ਉਮਰ ਵਾਲਿਆਂ ਨੂੰ ਯਾਦ ਹੋਵੇਗਾ ਜੀ। ਜੋ ਉਹਨਾਂ ਨੇ ਲਿਖਿਆ ਉਸ ਬਾਰੇ ਕਿੰਤੂ ਪਰੰਤੂ ਵੀ ਹੋਏ ਹੋਣਗੇ, ਇਸ ਗੱਲ ਤੋਂ ਇਨਕਾਰ ਨਹੀਂ ਜੀ। ਰਿਸ਼ਤਿਆਂ ਦੀ ਗੱਲ ਹੈ, ਰਿਸ਼ਤਿਆਂ ਦੀ ਬੇਹੂਦਗੀ ਨੂੰ ਪ੍ਰਦਰਸ਼ਿਤ ਕਰਨਾ ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਸਮਾਜ ਦੀਆਂ ਊਣਤਾਈਆਂ ਜਾਂ ਸਮਾਜ ਦੀਆਂ ਗੱਲਾਂ ਨੂੰ ਪੇਸ਼ ਕਰਨਾ ਆਪਣੇ ਆਪ ਦੇ ਵਿੱਚ ਕਲਾ ਹੈ। ਬਿਲਕੁਲ, ਦੇਵ ਤਰੀਕਿਆਂ ਵਾਲੇ ਨੂੰ ਸਲਾਮ ਹੈ ਔਰ ਖੁਸ਼ਕਿਸਮਤ ਅਸੀਂ ਕਿ ਸਾਡੇ ਸਮੇਂ ਦੇ ਵਿੱਚ ਉਹਨਾਂ ਨੇ ਗੀਤ ਲਿਖੇ ਔਰ ਵਾਕਿਆਂ ਨੇ ਗਾਏ। ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਨੂੰ ਬਣਾਇਆ, ਜਦ ਕਿ ਉਹਨਾਂ ਦੇ ਗੀਤ ਬਹੁਤ ਸਾਰਿਆਂ ਨੇ ਗਾਏ। ਜੇ ਮੈਂ ਅੱਜ ਹਿੱਟ ਗੀਤਾਂ ਦੇ ਨਾਮ ਲੈਣ ਜੇ ਗਿਣਨੇ ਸ਼ੁਰੂ ਕਰ ਦੇਵਾਂ ਤਾਂ ਬਹੁਤ ਲੰਬੀ ਸੂਚੀ ਹੋਵੇਗੀ ਜੀ। ਬਿਲਕੁਲ, ਪਰ ਉਹਨਾਂ ਦੇ ਪਹਿਲੇ ਗੀਤ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਤੇ ਜੀਟੀ ਰੋਡ ਤੇ ਦੁਹਾਈਆਂ ਪਾਵੇ, ਯਾਰਾਂ ਦਾ ਟਰੱਕ ਬਲੀਏ, ਇਹ ਬਹੁਤ ਜ਼ਿਆਦਾ ਪਪੂਲਰ ਹੋਏ। ਹਾਂਜੀ, ਪੁੱਤ ਜੱਟਾਂ ਦੇ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇੱਕ ਖਾਸ ਕਿਸਮ ਦੇ ਗੀਤ ਨੇ ਜਿਹੜੇ ਆਪਾਂ ਨਾਮ ਲਏ ਨੇ। ਪਰ ਜਿਵੇਂ ਉਹਨਾਂ ਨੇ ਕਲੀਆਂ ਜਿਹੜੀਆਂ ਲਿਖੀਆਂ ਜਾਂ ਆਪਣੇ ਸਾਡਾ ਜਿਹੜਾ ਫੋਕਲੋਰ ਸੀ, ਕਿੱਸੇ ਸੀ ਸਾਡੇ, ਉਹਨਾਂ ਨੂੰ ਪ੍ਰਦਰਸ਼ਿਤ ਜਿਵੇਂ ਕੀਤਾ, ਅੱਜ ਕੌਣ ਲਿਖਣਾ ਚਾਹੇਗਾ ਕਿ ਮਿਰਜ਼ੇ ਦੀ ਬੱਕੀ ਦੀ ਉਹਦੀ ਦਾਸਤਾਂ ਕੌਣ ਸੁਣਨਾ ਚਾਹੇਗਾ ਤੇ ਕੌਣ ਸੁਣਾਉਣਾ ਚਾਹੇਗਾ ਜੀ। ਬਿਲਕੁਲ, ਇਹ ਸਾਰੀਆਂ ਗੱਲਾਂ ਉਹਨਾਂ ਨੇ ਲਿਖੀਆਂ ਔਰ ਉਹਨਾਂ ਨੂੰ ਬਖੂਬੀ ਗਾਇਆ ਗਿਆ। ਸੰਗੀਤਕਾਰ ਵੀ ਚੰਗੇ ਸਨ, ਗਾਉਣ ਵਾਲੇ ਵੀ ਚੰਗੇ ਸਨ, ਅੱਜ ਵੀ ਹੈਗੇ ਤੇ ਚੰਗੇ, ਪਰ ਇਹ ਵੀ ਸਾਨੂੰ ਸਾਂਭਣ ਦੀ ਲੋੜ ਹੈ। ਸੋ ਉਹਨਾਂ ਨੂੰ ਸਲਾਮ ਹੈ, ਸਲੂਟ ਹੈ। ਬਿਲਕੁਲ ਬਿਲਕੁਲ, ਉਹਨਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਉਹਨਾਂ ਦਾ ਲਿਖਿਆ ਹੋਇਆ ਜੇ ਅਸੀਂ ਸਾਂਭ ਕੇ ਰੱਖੀਏ, ਜੇ ਅਸੀਂ ਸੁਣੀਏ ਤਾਂ। ਸੋ ਕੁਲਦੀਪ ਜੀ, ਜੇ ਹੁਣ ਅਸੀਂ ਆਈਏ ਵਾਪਸ ਆਪਣੇ ਪੰਜਾਬ ਦੀ ਰਾਜਨੀਤੀ ਤੇ, ਤਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ, ਉਹ ਇਸ ਵੇਲੇ ਕਾਫੀ ਜ਼ਿਆਦਾ ਗੁੱਸੇ ਨਾਲ ਭਰੇ ਹੋਏ ਲੱਗਦੇ ਨੇ। ਹਰ ਕਿਸੇ ਬਾਰੇ ਉਹ ਬਿਆਨਬਾਜ਼ੀ ਕਰ ਰਹੇ ਨੇ, ਰੋਜ਼ ਕੋਈ ਨਾ ਕੋਈ ਨਵਾਂ ਬਿਆਨ ਦੇ ਰਹੇ ਨੇ। ਬੀਤੇ ਦਿਨੀ ਨਵਜੋਤ ਸਿੱਧੂ ਬਾਰੇ ਵੀ ਬਿਆਨ ਦਿੱਤਾ ਹੈ। ਸੋ ਕੀ ਕਹਿਣਾ ਚਾਹੋਗੇ ਕਿ ਹੁਣ ਕੁਰਸੀ ਤੋਂ ਲੱਥਣ ਤੋਂ ਬਾਅਦ ਉਹ ਜਿਹੜੇ ਬਿਆਨ ਦੇ ਰਹੇ ਨੇ, ਉਹ ਇਹੋ ਜਿਹੇ ਬਿਆਨ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ? ਇੱਕ ਤੇ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਹੁਣ ਸਾਹਮਣੇ ਨਿਕਲ ਕੇ ਆ ਰਹੇ ਨੇ ਤੇ ਜਿਸ ਤਰ੍ਹਾਂ ਮੀਡੀਆ ਦੇ ਨਾਲ ਧੜਾ ਧੜ ਇੰਟਰਵਿਊਜ਼ ਕਰ ਰਹੇ ਨੇ ਜੀ, ਇੰਨੀ ਅਵੇਲੇਬਿਲਿਟੀ ਤਾਂ ਉਹਨਾਂ ਨੇ ਕਦੇ ਦਿਖਾਈ ਨਹੀਂ ਪਹਿਲਾਂ ਜੀ। ਬਿਲਕੁਲ, ਸੀਸਮਾ ਫਾਰਮ ਤੋਂ ਬਾਹਰ ਪੈਰ ਉਹਨਾਂ ਨੇ ਪਾਇਆ ਨਹੀਂ। ਬਿਲਕੁਲ, ਹੁਣ ਉਹ ਨਿਕਲ ਵੀ ਰਹੇ ਨੇ, ਜਾ ਵੀ ਰਹੇ ਨੇ ਤੇ ਰੋਜ਼ ਮੀਟਿੰਗਾਂ ਵੀ ਅਟੈਂਡ ਕਰ ਰਹੇ ਨੇ। ਉਮਰ ਦਾ ਤਕਾਜ਼ਾ ਵੀ ਖਤਮ ਹੋ ਗਿਆ ਤੇ ਉਹ ਦੁਬਾਰਾ ਨਵੇਂ ਜਿਹੜੇ ਬਿਆਨ ਜਿਹੜੇ ਨੇ ਉਹ ਦਾਗ ਰਹੇ ਨੇ, ਉਹ ਬੜੇ ਇੰਟਰਸਟਿੰਗ ਨੇ ਜੀ। ਉਹਨਾਂ ਵਿੱਚੋਂ ਕੁਝ ਤੇ ਗੱਲਾਂ ਵੱਲ ਲੋਕ ਧਿਆਨ ਦੇ ਰਹੇ ਨੇ ਤੇ ਕੁਝ ਇੱਕ ਨੂੰ ਇਸ ਤਰ੍ਹਾਂ ਸਮਝ ਰਹੇ ਨੇ ਕਿ ਇਹ ਹੁਣ ਸਿਰਫ ਸੱਪ ਲੰਘ ਜਾਣ ਦੇ ਪਿੱਛੋਂ ਲੀਕ ਕੁੱਟਣ ਵਾਲੀ ਗੱਲ ਹੈ, ਇਹ ਸਮੇਂ ਦੇ ਹਾਣੀ ਨਹੀਂ ਇਹ ਬਿਆਨ ਜੀ। ਜੇ ਹੁਣ ਉਹਨਾਂ ਦੇ ਬਿਆਨਾਂ ਦੀ ਗੱਲ ਕਰੀਏ ਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਜਿਹੜੀ ਉਹਨਾਂ ਦੀ ਕੜਵਾਹਟ ਹੈ, ਉਹ ਜਿਹੜੀ ਆ ਉਹ ਜਗ ਜ਼ਾਹਰ ਹੈ। ਬਿਲਕੁਲ, ਇੱਕ ਤੇ ਉਹਨਾਂ ਨੇ ਖੁਲਾਸਾ ਕੀਤਾ ਇੱਕ ਇੰਟਰਵਿਊ ਦੇ ਵਿੱਚ ਕਿ ਜਦੋਂ ਮੈਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਦਿੱਤਾ ਸੀ, ਪਤਾ ਨਹੀਂ ਕਿੱਥੋਂ ਕੱਢਿਆ ਸੀ ਤੇ ਜਾਂ ਨਵਜੋਤ ਸਿੰਘ ਸਿੱਧੂ ਨੇ ਆਪ ਅਸਤੀਫਾ ਦਿੱਤਾ ਸੀ, ਸਾਨੂੰ ਤੇ ਅੱਜ ਤੱਕ ਇਹੋ ਹੀ ਪਤਾ ਹੈ। ਜਦੋਂ ਮੈਂ ਇਹਨੂੰ ਕੱਢ ਦਿੱਤਾ ਸੀ, ਫਿਰ ਪਾਕਿਸਤਾਨ ਤੋਂ ਇੱਕ ਫੋਨ ਆਇਆ ਕਿ ਇਹ ਸਾਡੇ ਪ੍ਰਧਾਨ ਮੰਤਰੀ ਦੇ ਬਹੁਤ ਕਰੀਬੀ ਦੋਸਤ ਹੈ, ਜੇ ਤੁਸੀਂ ਇਹਨਾਂ ਨੂੰ ਮੰਤਰੀ ਬਣਾਓ ਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਉਹ ਕਹਿ ਰਹੇ ਨੇ ਕੈਪਟਨ ਕਿ ਨਵਜੋਤ ਸਿੰਘ ਸਿੱਧੂ ਦੀ ਸਿਫਾਰਿਸ਼ ਪਾਕਿਸਤਾਨ ਤੋਂ ਹੋਈ ਸੀ, ਤੁਸੀਂ ਫਿਰ ਸਿਫਾਰਿਸ਼ ਮੰਨੀ ਉਹ ਕਿ ਨਹੀਂ ਮੰਨੀ? ਤੁਸੀਂ ਪਾਕਿਸਤਾਨ ਨਾਲ ਜੇ ਸਬੰਧਾਂ ਦੀ ਗੱਲ ਕਰਦੇ ਹੋ ਤੇ ਫਿਰ ਤਾਂ ਹੋਰ ਵੀ ਬਹੁਤ ਕੁਝ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਜੀ, ਬਹੁਤ ਹੇਠਲੇ ਪੱਧਰ ਦੀਆਂ ਹੋ ਜਾਣਗੀਆਂ ਫਿਰ ਉਹ। ਬਿਲਕੁਲ, ਅੱਜ ਸਾਨੂੰ ਕਰਨ ਦੀ ਲੋੜ ਨਹੀਂ, ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠਣ ਦੀ ਲੋੜ ਆ ਜੀ। ਹੋਰ ਇੱਕ ਨਹੀਂ ਕਰ ਰਿਹਾ। ਨਵਜੋਤ ਸਿੰਘ ਸਿੱਧੂ ਬਾਰੇ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕਰਦੇ ਨੇ ਕਿ ਮੈਨੂੰ ਇੱਕ ਵਾਰ ਇੱਕ ਹੋਟਲ ਦੇ ਵਿੱਚ ਲੰਚ ਲਈ ਮੈਂ ਇਸ ਨੂੰ ਬੁਲਾਇਆ, ਨਵਜੋਤ ਸਿੰਘ ਸਿੱਧੂ ਨੂੰ, ਤੇ ਜਦੋਂ ਮੈਂ ਉੱਥੇ ਬੈਠ ਕੇ ਇਹਦੇ ਨਾਲ ਕੁਝ ਮੁੱਦਿਆਂ ਤੇ ਗੱਲਬਾਤ ਕਰਨ ਲੱਗਾ ਤਾਂ ਇਸਨੇ ਜੇਬ ਵਿੱਚੋਂ ਸ਼ਿਵਲਿੰਗ ਕੱਢ ਕੇ ਮੇਜ਼ ਤੇ ਰੱਖ ਦਿੱਤਾ ਤੇ ਜਦੋਂ ਮੈਂ ਪੁੱਛਿਆ ਕਿ ਇਹ ਕੀ ਹੈ ਤੇ ਕਹਿੰਦਾ ਮੈਂ 6 ਘੰਟੇ ਰੋਜ਼ਾਨਾ ਇਸ ਦੀ ਪੂਜਾ ਕਰਦਾ ਤੇ 3 ਘੰਟੇ ਭਗਵਾਨ ਦੇ ਨਾਲ ਮੇਰੀ ਰੋਜ਼ਾਨਾ ਗੱਲਬਾਤ ਹੁੰਦੀ ਹੈ ਜੀ। ਕਹਿੰਦੇ ਫਿਰ ਮੈਂ ਪੁੱਛਿਆ ਕਿ ਤੇਰੀ ਕੀ ਗੱਲਬਾਤ ਹੁੰਦੀ ਹੈ? ਕਹਿੰਦੇ ਬਸ ਇਹੋ ਹੀ
ਕਿ ਪੰਜਾਬ ਵਿੱਚ ਖੇਤੀਬਾੜੀ ਕਿਸ ਤਰ੍ਹਾਂ ਦੀ ਹੋਵੇਗੀ, ਮੌਸਮ ਦਾ ਕਿਹੋ ਜਿਹਾ ਇਮਕਾਨ ਹੋਵੇਗਾ, ਇਹੋ ਜਿਹੀਆਂ ਗੱਲਾਂ ਮੈਂ ਰੱਬ ਨਾਲ ਡੇਲੀ ਕਰਦਾ ਤੇ 6 ਘੰਟੇ ਮੇਰੀ ਬੰਦਗੀ ਹੁੰਦੀ ਆ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਖੁਲਾਸਾ ਕੀਤਾ ਤੇ ਨਾਲ ਹੀ ਲਿਖਦੇ ਨੇ, ਬੋਲਦੇ ਨੇ ਕਿ ਮੈਂ ਉਦੋਂ ਹੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਕਹਿ ਦਿੱਤਾ ਸੀ ਕਿ ਇਹ ਬੰਦਾ ਦਿਮਾਗੀ ਤੌਰ ਤੇ ਸਥਿਰ ਨਹੀਂ, ਇਸ ਨੂੰ ਪਾਰਟੀ ਵਿੱਚ ਰੱਖਣਾ ਜਿਹੜਾ ਉਹ ਗਲਤ ਹੋਵੇਗਾ ਤੇ ਨੁਕਸਾਨਦਾਇਕ ਹੋਵੇਗਾ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਜੀ। ਹੁਣ ਨਵਜੋਤ ਸਿੰਘ ਸਿੱਧੂ ਬਾਰੇ ਇੱਕ ਗੱਲ ਆ, ਤੁਸੀਂ ਹੁਣ ਹਰਪ੍ਰੀਤ ਜੀ, ਮੈਂ ਤੁਹਾਨੂੰ ਸਵਾਲ ਪੁੱਛਦਾ, ਤੁਸੀਂ ਆਪਣੇ ਆਪ ਨੂੰ ਰਿਵਾਈਂਡ ਕਰੋ ਜੀ ਤੇ ਤੁਸੀਂ ਹੋਰ ਜ਼ਿਆਦਾ ਪਿੱਛੇ ਨਹੀਂ ਜਾਣ ਦੀ ਲੋੜ, ਤੁਸੀਂ ਇਹਨੂੰ ਉਸ ਦਿਨ ਤੱਕ ਲੈ ਜਾਓ ਜਦੋਂ ਨਵਜੋਤ ਸਿੰਘ ਸਿੱਧੂ ਜਿਹੜੇ ਸੀ ਉਹ ਪ੍ਰਧਾਨ ਬਣੇ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ, ਤੇ ਉਹ ਇੱਕ ਤਾਜਪੋਸ਼ੀ ਸੋ-ਕਾਲਡ ਤਾਜਪੋਸ਼ੀ ਸਮਾਗਮ ਜਿਹੜਾ ਹੈ ਉਹ ਕਰਵਾਇਆ ਗਿਆ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ। ਉੱਥੇ ਸਿਆਸਤ ਖੂਬ ਵੱਡੇ ਪੱਧਰ ਤੇ ਖੇਡੀ ਗਈ, ਦੇਖੀ ਗਈ। ਬਿਲਕੁਲ, ਜਿਹੜੇ ਕਦੇ ਬਿਲਕੁਲ ਬਹੁਤ ਕਰੀਬੀ ਸਨ ਮੁੱਖ ਮੰਤਰੀ ਸਾਹਿਬ ਦੇ, ਉਹ ਪਿਛਲੀਆਂ ਕਤਾਰਾਂ ਵਿੱਚ ਬੈਠੇ ਹੋਏ ਵੇਖੇ ਗਏ ਤੇ ਲਾਗਲੀਆਂ ਕੁਰਸੀਆਂ ਵੀ ਉਹਨਾਂ ਦੇ ਖਾਲੀ ਪਈਆਂ ਸੀ। ਬਿਲਕੁਲ, ਤੇ ਕਈਆਂ ਨੂੰ ਉੱਥੇ ਸੀਟ ਨਾ ਮਿਲੀ ਤੇ ਕਈਆਂ ਨੂੰ ਬੋਲਣ ਦਾ ਸਮਾਂ ਨਾ ਮਿਲਿਆ ਤੇ ਕਈ ਬੋਲ ਵੀ ਗਏ ਤੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ ਜੀ। ਤੇ ਨਵਜੋਤ ਸਿੰਘ ਸਿੱਧੂ ਨੇ ਖੂਬ ਵੱਡੇ ਵੱਡੇ ਭਾਸ਼ਣ ਕੀਤੇ ਤੇ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਕੀ ਬੋਲੇ ਸੀ? ਕੈਪਟਨ ਅਮਰਿੰਦਰ ਸਿੰਘ ਨੇ, ਇੰਨਾ ਮੈਨੂੰ ਯਾਦ ਹੈ ਕਿ ਉੱਥੇ ਜਾ ਕੇ ਭੰਗੜਾ ਵੀ ਪਾਇਆ ਤੇ ਦੋਨਾਂ ਦਾ ਇੰਜ ਦੇਖਣ ਨੂੰ ਪਿਆਰ ਮਿਲ ਰਿਹਾ ਸੀ ਕਿ ਜਿਵੇਂ ਹੁਣ ਅੱਜ ਤੋਂ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੈ ਤੇ ਇਹਨਾਂ ਦੋਨਾਂ ਨੇ ਆਪਸ ਵਿੱਚ ਬਹੁਤ ਪਿਆਰ ਦੇ ਨਾਲ ਅੱਗੋਂ ਕਾਂਗਰਸ ਚਲਾਣੀ ਹੈ ਜੀ। ਕਹਿੰਦੇ ਸੀ ਉਸ ਦਾ ਨਾਮ ਵੀ ਪੂਰਾ ਨਹੀਂ ਸੀ ਲੈਂਦੇ, ਨਵਜੋਤ ਅਸੀਂ ਹੁਣ ਕਾਂਗਰਸ ਨੂੰ, ਤੁਸੀਂ ਹੁਣ ਮਿਹਨਤ ਕਰਨੀ ਹੈ, ਅਸੀਂ ਅੱਗੇ ਲੈ ਕੇ ਜਾਣਾ ਹੈ। ਮੈਂ ਇਹਨੂੰ ਬਚਪਨ ਤੋਂ ਜਾਣਦਾ ਹਾਂ, ਪੁਰਾਣਾ ਪਰਿਵਾਰ ਹੈ, ਮੈਂ ਛੋਟਾ ਜਿਹਾ ਹੁੰਦਾ ਸੀ, ਰਾਜਨੀਤੀ ਵਿੱਚ ਲੈ ਕੇ ਆਉਣ ਵਾਲੇ ਇਹਦੇ ਪਿਤਾ ਨੇ, ਫਲਾਣੇ, ਸਾਰੇ ਜਿਹੜੇ ਸੀ ਕਲੋਜ਼ਨੈਸ ਜਿਹੜੀ ਵਿਖਾਈ ਗਈ ਜੀ। ਹੁਣ ਜੇ ਅੱਜ ਦੇ ਉਹਨਾਂ ਦੇ ਬਿਆਨ ਨੂੰ ਰਿਲੇਟ ਕਰੀਏ ਕਿ ਮੈਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਇਹ ਦਿਮਾਗੀ ਤੌਰ ਤੇ ਬੰਦਾ ਠੀਕ ਨਹੀਂ, ਬਿਲਕੁਲ, ਇਸ ਨੂੰ ਪਾਰਟੀ ਵਿੱਚ ਨਾ ਰੱਖੀਏ, ਇਹ ਗੱਲ ਕਿਤੇ ਮੈਚ ਕਰਦੀ ਹੈ? ਬਿਲਕੁਲ। ਜਾਂ ਤੁਸੀਂ ਉਦੋਂ ਝੂਠ ਬੋਲ ਰਹੇ ਸੀ ਜਾਂ ਤੁਸੀਂ ਹੁਣ ਝੂਠ ਬੋਲ ਰਹੇ ਹੋ, ਜਾਂ ਇਹ ਆਖ ਰਹੀਏ ਕਿ ਤੁਸੀਂ ਉਦੋਂ ਵੀ ਲੋਕਾਂ ਨੂੰ ਬੁੱਧੂ ਬਣਾ ਰਹੇ ਸੀ ਤੇ ਹੁਣ ਵੀ ਬੁੱਧੂ ਬਣਾ ਰਹੇ ਹੋ? ਬਿਲਕੁਲ। ਜਾਂ ਫਿਰ ਜਿਹੜੀ ਕੁਰਸੀ ਉਹਨਾਂ ਦੇ ਥੱਲੋਂ ਖਿੱਚ ਲਈ ਗਈ ਹੈ, ਉਹ ਕਿਧਰੇ ਨਾ ਕਿਧਰੇ ਜਾ ਕੇ ਉਹ ਸਾਰਾ ਨਜ਼ਲਾ ਨਵਜੋਤ ਸਿੱਧੂ ਤੇ ਸੁੱਟਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਹੀ ਮੇਰੀ ਕੁਰਸੀ ਖਿੱਚੀ ਹੈ। ਦੇਖੋ ਹੁਣ ਨਵਜੋਤ ਸਿੰਘ ਸਿੱਧੂ ਤੋਂ ਅਗਲੇ ਪਾਸੇ ਲੈ ਕੇ ਜਾਂਦੇ ਗੱਲ ਜੀ। ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਜੇ ਪੰਜਾਬ ਸਰਕਾਰ ਦੇ ਦਾਗੀ ਮੰਤਰੀਆਂ ਦੀ ਸੂਚੀ ਗਿਣਨੀ ਹੋਵੇ ਤੇ ਫਿਰ ਉੱਪਰੋਂ ਨਾਮ ਸ਼ੁਰੂ ਹੋਣਗੇ ਤੇ ਥੱਲੇ ਤੱਕ ਜਾਣਗੇ ਜੀ। ਉਹਨਾਂ ਨੇ ਕਿਹਾ ਰੇਤਾ ਕੌਣ ਵੇਚਦਾ? ਰੇਤਾ ਸਾਰੇ ਵੇਚਦੇ ਨੇ, ਉੱਪਰ ਤੋਂ ਲੈ ਕੇ ਥੱਲੇ ਤੱਕ ਵੇਚਦੇ ਨੇ ਜੀ। ਹੁਣ ਜਿਹੜੇ ਵੇਚਦੇ ਨੇ ਇਹ 4.5 ਸਾਲ ਇਹਨਾਂ ਤੇ ਕਾਰਵਾਈ ਨਾ ਹੋਈ। ਬਿਲਕੁਲ। ਤੁਸੀਂ ਤੇ ਕਹਿੰਦੇ ਸੀ ਜਿੱਦਣ ਤੁਸੀਂ ਗੱਦੀਆਂ ਲੱਥੇ ਵੀ ਹੋ, ਤੁਸੀਂ ਤੇ ਕਹਿ ਰਹੇ ਸੀ ਸਭ ਕੁਝ ਠੀਕ ਚੱਲ ਰਿਹਾ ਸੀ, ਬੜਾ ਵਧੀਆ ਸਾਡੀ ਇਲੈਕਸ਼ਨ ਦੀ ਤਿਆਰੀ ਸੀ, ਸਭ ਕੁਝ ਠੀਕ ਸੀ, ਇਹ ਕੀ ਇਦਾਂ ਦਾ ਮਸਲਾ ਹੋ ਗਿਆ? 4.5 ਸਾਲਾਂ 'ਚ ਮੈਂ ਕੀ ਇਦਾਂ ਦਾ ਮਾੜਾ ਕੰਮ ਕੀਤਾ ਜਿਹਦੇ ਨਾਲ ਮੈਨੂੰ ਹੁਣ ਗੱਦੀਆਂ ਲਾਉਣ ਦੀ ਤਿਆਰੀ ਹੋ ਰਹੀ ਹੈ? ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਰੇਤਾ ਸਾਰੇ ਵੇਚ ਰਹੇ ਨੇ ਜੀ। ਵਿੱਚ ਕਿਤੇ ਇਹ ਵੀ ਆਖ ਦਿੰਦੇ ਹੋ ਕਿ ਮੇਰੀ ਗਲਤੀ ਕਿ ਮੈਂ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੁਣ ਵਾਜਬ ਨਹੀਂ, ਇਹ ਸਿਰਫ ਪੜਾਸ ਕੱਢਣ ਵਾਲੀ ਗੱਲ ਹੈ। ਇੱਕ ਗੱਲ ਹੋਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਪਹਿਲਾਂ ਜਿਸ ਨੂੰ ਗੁੱਡ ਬॉय ਆਖਦੇ ਸੀ, ਹੁਣ ਕਹਿੰਦੇ ਇਹ ਉਸਨੂੰ ਸ਼ਾਰਟ ਨੇਮ ਲੈ ਕੇ ਕਿ ਇਹਨੂੰ ਮੈਂ ਬਚਾਇਆ। ਮੀ ਟੂ ਕੰਪੇਨ, ਮੀ ਟੂ, ਮੈਂ ਦਰਸ਼ਕਾਂ ਨੂੰ ਮੈਂ ਮਾੜਾ ਜਿਹਾ ਯਾਦ ਕਰਾ ਦੇਵਾਂ, ਮੀ ਟੂ ਕੰਪੇਨ ਕੁਝ ਸਮਾਂ ਪਹਿਲਾਂ ਚੱਲੀ ਸੀ ਜਿਸ ਵਿੱਚ ਔਰਤਾਂ ਵੱਲੋਂ ਆਪਣੇ ਹੋਏ ਸ਼ੋਸ਼ਣ ਬਾਰੇ ਜਾਣਕਾਰੀ ਜਿਹੜੀ ਸੀ ਦਿੱਤੀ ਗਈ। ਦੁਨੀਆ ਭਰ ਦੇ ਵਿੱਚ ਇਹ ਕੈਂਪੇਨ ਚੱਲੀ ਸੀ, ਭਾਰਤ ਵਿੱਚ ਵੀ ਚੱਲੀ ਕਿ ਕੁਝ ਔਰਤਾਂ ਨੇ ਜਾਂ ਜਿੰਨੀਆਂ ਨੇ ਕਿਹਾ ਸੀ ਕਿ ਮੇਰੇ ਨਾਲ ਫਲਾਂ ਵਿਅਕਤੀ ਨੇ ਇਸ ਤਰ੍ਹਾਂ ਬਦਸਲੂਕੀ ਜਾਂ ਜੋ ਵੀ ਹੈ ਸ਼ੋਸ਼ਣ ਹੈ ਜਾਂ ਜੋ ਵੀ ਹੈ ਮੇਰਾ ਕੀਤਾ ਤੇ ਮੈਂ ਉਸ ਗੱਲ ਦੀ ਮੈਂ ਰਿਪੋਰਟ ਹੈ। ਉਹ ਸਾਰੀਆਂ ਗੱਲਾਂ ਹੋਈਆਂ, ਕੁਝ ਕੇਸ ਨਿਕਲੇ, ਕੋਈ ਚੁੱਪ ਹੋ ਗਿਆ, ਕਈਆਂ ਨੇ ਮੁਆਫੀ ਮੰਗ ਲਈ ਤੇ ਕੈਪਟਨ ਸਾਹਿਬ ਕਹਿੰਦੇ ਨੇ ਮੀ ਟੂ ਕੰਪੇਨ ਦੇ ਵਿੱਚ ਚੰਨੀ ਦੇ ਖਿਲਾਫ ਹੀ ਕੇਸ ਆਇਆ ਸੀ ਤੇ ਮੈਂ ਇਸ ਨੂੰ ਉਦੋਂ ਬਚਾਇਆ। ਮੁੱਖ ਮੰਤਰੀ ਦਾ ਕੰਮ ਬਚਾਉਣਾ ਹੁੰਦਾ ਕਿਸੇ ਨੂੰ? ਮੁੱਖ ਮੰਤਰੀ ਦਾ ਕੰਮ ਇਨਸਾਫ ਦੇਣਾ ਹੈ ਕਿ ਬਚਾਉਣਾ ਹੈ? ਮੁੱਖ ਮੰਤਰੀ ਬਚਾਉਣ ਵਾਲੇ ਕੌਣ ਨੇ ਜੀ? ਇਹ ਸਾਡਾ ਸਿਸਟਮ ਡਿਵੈਲਪ ਹੋ ਚੁੱਕਾ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਇਸ ਵੇਲੇ ਬਿਹੇਵ ਕਰ ਰਹੇ ਨੇ ਕਿ ਜਿਵੇਂ ਇੱਕ ਦੂਸਰੇ ਤੇ ਕੋਈ ਅਹਿਸਾਨਬਾਜ਼ੀ ਵਾਲੀ ਰਾਜਨੀਤੀ ਜਿਹੜੀ ਉਹਨਾਂ ਨੇ ਕਿਸੇ ਨਾਲ ਕੀਤੀ ਹੋਵੇ। ਪਹਿਲਾਂ ਕਹਿੰਦੇ ਸੀ ਕਿ ਸਿਟੀ ਸੈਂਟਰ ਘਪਲੇ ਦੇ ਵਿੱਚ ਇਹਦਾ ਭਰਾ ਫਸਿਆ ਹੋਇਆ ਸੀ ਤੇ ਉਸ ਨੂੰ ਇਹ ਬਚਾਉਣ ਲਈ ਜਦੋਂ ਅਕਾਲੀ ਇਸ ਦੇ ਪਿੱਛੇ ਪੈ ਰਹੇ ਸੀ ਤੇ ਮੇਰੇ ਕੋਲ ਆਉਂਦਾ ਸੀ ਤੇ ਮੈਂ ਉਦੋਂ ਇਸ ਨੂੰ ਬਚਾਇਆ। ਤੁਸੀਂ ਕਿਸ ਨੂੰ ਕਿਵੇਂ ਕਿਸ ਤਰ੍ਹਾਂ ਬਚਾਇਆ ਇਹ ਹੁਣ ਤੁਸੀਂ ਜਾਣਦੇ ਹੋ, ਪਰ ਬਹੁਤ ਬਿਹਤਰ ਹੋਵੇਗਾ ਸਰਦਾਰ ਸਾਹਿਬ ਤੁਸੀਂ ਹੁਣ ਜ਼ਿਆਦਾ ਨਾ ਗੱਲਬਾਤ ਕਰੋ। ਬਿਲਕੁਲ ਬਿਲਕੁਲ ਕੁਲਦੀਪ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਸਵਾਗਤ ਹੈ। ਕੁਲਦੀਪ ਜੀ, ਮਾਫੀਆ ਦੀ ਗੱਲ ਕਰ ਰਹੇ ਸੀ ਅਸੀਂ ਕਿ ਕੈਪਟਨ ਸਾਹਿਬ ਨੇ ਕਿਹਾ ਹੈ ਜੀ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਹੀ ਇਸ ਕੰਮ ਦੇ ਵਿੱਚ ਘਿਰੇ ਹੋਏ ਸੀ, ਤੇ ਜੇ ਅਸੀਂ ਨਾਮ ਲਈਏ ਰਾਣਾ ਗੁਰਜੀਤ ਸਿੰਘ ਦਾ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਨਾਮ ਸਾਹਮਣੇ ਆਉਂਦਾ ਰਿਹਾ, ਤੇ ਹੁਣ ਇਸ ਵੇਲੇ ਹਾਈ ਕਮਾਂਡ ਦੇ ਨਾਲ ਸਿੱਧੀ ਟੱਕਰ ਲੈਣ ਦੇ ਮੂਡ ਵਿੱਚ ਨੇ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੀ ਸੀਟ ਤੋਂ। ਕੀ ਕਹਿਣਾ ਚਾਹੋਗੇ? ਰਾਣਾ ਗੁਰਜੀਤ ਸਿੰਘ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਇਦਾਂ ਦਾ ਹੁਣ ਨਾਮ ਹੈ ਕਿ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਚੱਲੇਗੀ ਤਾਂ ਰਾਣਾ ਗੁਰਜੀਤ ਸਿੰਘ ਵਾਲਾ ਫੈਕਟਰ ਜਿਹੜਾ ਉਹ ਸਾਹਮਣੇ ਆਵੇਗਾ ਜੀ। ਲਾਈਮਲਾਈਟ ਦੇ ਵਿੱਚ ਉਹ ਪਹਿਲਾਂ ਆਏ ਸੀ ਕਿ ਜਦੋਂ ਜਦ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਜਿਹੜੀ ਸੀ ਉਹ ਬਹਿਸ ਹੋਈ ਸੀ ਬਿਕਰਮ ਸਿੰਘ ਮਜੀਠੀਆ ਨਾਲ ਜੀ, ਔਰ ਉਹ ਭੱਦੀ ਸ਼ਬਦਾਵਲੀ ਉਸ ਵੇਲੇ ਮੈਂ ਕਹਾਂ ਜੀ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਵਰਤੀ ਗਈ ਸੀ ਔਰ ਗਾਲ ਕੱਢੀ ਗਈ। ਬਾਅਦ ਵਿੱਚ ਉਹ ਵੀਡੀਓਜ਼ ਪੇਸ਼ ਹੋਈਆਂ ਜਾਂ ਕੁਝ ਨਹੀਂ ਹੋਈਆਂ, ਕੁਝ ਬਣਿਆ ਨਹੀਂ ਬਣਿਆ, ਇਹ ਹੁਣ ਰਿਵਾਜ ਬਣ ਗਿਆ। ਰਾਣਾ ਗੁਰਜੀਤ ਸਿੰਘ ਜਦੋਂ ਮੰਤਰੀ ਮੰਡਲ ਬਣਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ 2017 ਦੇ ਵਿੱਚ ਜੀ, ਤੇ ਜਿਹੜੇ ਪਹਿਲੇ ਸਹੁੰ ਚੁੱਕਣ ਵਾਲਿਆਂ ਦੇ ਵਿੱਚ ਸਨ ਉਹਨਾਂ 'ਚ ਨਾਮ ਆਉਂਦਾ ਤੇ ਕੈਪਟਨ ਦੇ ਬੇਹੱਦ ਨਜ਼ਦੀਕੀਆਂ ਦੇ ਵਿੱਚ ਉਹਨਾਂ ਦਾ ਨਾਮ ਹੈ। ਇੱਕ ਤੇ ਇਹ ਗੱਲ ਹੈ ਕਿ ਜਦੋਂ ਕੁਝ ਸਮਾਂ ਹੋ ਜਾਂਦਾ ਸਰਕਾਰ ਬਣੀ ਨੂੰ ਜੀ, ਰੇਤ ਦੀਆਂ ਖੱਡਾਂ ਦੀ ਨਿਲਾਮੀ ਹੁੰਦੀ ਹੈ ਤੇ ਨਾਮ ਆਉਂਦਾ ਹੈ, ਤੇ ਪੰਜਾਬ ਦੀ ਇੱਕ ਪ੍ਰਮੁੱਖ ਅਖਬਾਰ ਸਮੂਹ ਨੇ ਉਹਨਾਂ ਦੇ ਨਾਮ ਨੂੰ ਬਾਰ-ਬਾਰ ਜਿਹੜਾ ਸੀ ਸਬੂਤਾਂ ਦੇ ਨਾਲ ਜਿਹੜਾ ਸੀ ਉਹ ਪ੍ਰਕਾਸ਼ਿਤ ਕੀਤਾ ਕਿ ਉਹਨਾਂ ਨੇ ਕਿਵੇਂ ਇੱਕ ਆਪਣੇ ਰਸੋਈਏ ਦੇ ਜਿਸ ਨੂੰ ਉਹ ਖਾਨ ਸਮਾਂ ਲਿਖਦੇ ਸਨ ਉਹਦੇ ਨਾਂ ਤੇ ਜਿਹੜੀ ਸੀ ਰੇਤ ਦੀਆਂ ਖੱਡਾਂ ਲੈ ਲਈਆਂ, ਹੋਰ ਵੀ ਕਈ ਬੇਨਾਮੇ ਲੋਕਾਂ ਦੇ ਨਾਮ ਤੇ ਸਨ। ਅਸਤੀਫਾ ਦੇਣਾ ਪੈ ਗਿਆ ਸੀ ਤੇ ਇਸ ਤਰ੍ਹਾਂ ਲੱਗਿਆ ਕਿ ਰਾਣਾ ਗੁਰਜੀਤ ਸਿੰਘ ਨੂੰ ਜੋ ਕੈਪਟਨ ਦੀ ਹਮਾਇਤ ਪ੍ਰਾਪਤ ਸੀ ਉਹ ਨਹੀਂ ਰਹੀ, ਪਰ ਫਿਰ ਵੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਜਿਹੜਾ ਸੀ ਉਹ ਦੱਸਦੇ ਰਹੇ ਰਾਣਾ ਗੁਰਜੀਤ ਸਿੰਘ ਜੀ, ਅਖੀਰਲੇ ਮੌਕੇ ਤੱਕ ਵੀ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪ ਗੱਦੀ ਤੋਂ ਲੈ ਗਏ ਤੇ ਇਹ ਸਮਝਿਆ ਜਾਂਦਾ ਸੀ ਕਿ ਇਹ ਉਹਨਾਂ ਵੱਲ ਨੂੰ ਜਾਣਗੇ, ਗੈਰ ਗਿਆ ਤਾਂ ਉਹਨਾਂ ਦੇ ਨਾਲ ਕੋਈ ਵੀ ਨਹੀਂ, ਪਰ ਇਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਪੱਕੇ ਤੌਰ ਤੇ ਆਗੂ ਉਹ ਮੰਨ ਰਹੇ ਨੇ ਰਾਣਾ ਗੁਰਜੀਤ ਸਿੰਘ। ਬਿਲਕੁਲ। ਉਹਨਾਂ ਨੇ ਜੋ ਇੱਕ ਸਥਾਨਕ ਪੋਲਿਟਿਕਸ ਦੇ ਵਿੱਚ ਇੱਕ ਚਰਚਾ ਜੀ ਛੇੜ ਦਿੱਤੀ ਹੈ, ਇਹ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ। ਜਦੋਂ ਉਹਨਾਂ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ ਸੀ ਤੇ ਜ਼ਾਹਿਰਾ ਤੌਰ ਤੇ ਅਪਸੈਟ ਹੋਏ ਸੀ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ। ਬਿਲਕੁਲ। ਗੁਆਂਢੀ ਵੀ ਨੇ ਦੋਵੇਂ, ਉਹ ਭਲੱਥਾਂ ਤੋਂ ਉਮੀਦਵਾਰ ਹੁੰਦੇ ਨੇ ਤੇ ਇੱਕ ਕਪੂਰਥਲੇ ਤੋਂ ਹੁੰਦੇ ਨੇ। ਹਲਕਾ ਤਕਰੀਬਨ ਨਾਲ ਲੱਗਦਾ ਇਹਨਾਂ ਦਾ ਇੱਕ ਦੂਸਰੇ ਦੇ ਵਿੱਚ ਮਿਲਿਆ ਹੋਇਆ। ਜੀ। ਸੁਖਪਾਲ ਸਿੰਘ ਖਹਿਰਾ ਦੇ ਬਾਰੇ ਇਹਨਾਂ ਦੇ ਲਫ਼ਜ਼ ਸਨ ਕਿ ਕਾਕਾ ਮੈਨੂੰ ਫਸਾਉਣ ਵਾਲਾ ਤੂੰ ਹੈ, ਬੱਚੂ ਭੱਜ ਲਾ, ਹੁਣ ਕਿੱਥੇ ਨੂੰ ਭੱਜਣਾ। ਬਿਲਕੁਲ ਆਹੀ ਲਫ਼ਜ਼। ਫਿਰ ਇੱਕ ਕਸ਼ਮਕਸ਼ ਚੱਲਦੀ ਰਹੀ। ਸੁਖਪਾਲ ਸਿੰਘ ਖਹਿਰਾ ਜਿਹੜੇ ਸੀ ਜ਼ਿਆਦਾ ਨਜ਼ਦੀਕ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਤੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲੈਣਾ ਪੈ ਗਿਆ ਤੇ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਮੰਤਰੀ ਦਾ ਅਹੁਦਾ ਮਿਲ ਗਿਆ। ਜੀ। ਪਰ ਇਸ ਸਮੇਂ ਦੇ ਦੌਰਾਨ ਉਹ ਆਪਣੇ ਕੰਮ ਕਰਦੇ ਰਹੇ। ਹੁਣ ਸੁਲਤਾਨਪੁਰ ਲੋਧੀ ਤੋਂ ਉਹਨਾਂ ਦੇ ਬੇਟੇ ਨੇ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਸੁਲਤਾਨਪੁਰ ਲੋਧੀ ਬਾਰੇ ਰਾਣਾ ਗੁਰਜੀਤ ਸਿੰਘ ਕਹਿੰਦੇ ਨੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਅੱਜ ਕੱਲ੍ਹ ਦੇ ਮੁੰਡੇ ਆ, ਮੈਂ ਉਹਨੂੰ ਕਿਵੇਂ ਰੋਕ ਸਕਦਾ? ਬਿਲਕੁਲ। ਇਹ ਉਹਦੀ ਖਾਹਿਸ਼ ਹੈ, ਉਹ ਦੇਖੇ, ਮੈਂ ਤਾਂ ਕਪੂਰਥਲੇ ਤੋਂ ਹਾਂ। ਪਰ ਗੱਲ ਤੇ ਇਦਾਂ ਨਹੀਂ ਸੀ ਨਾ, ਗੱਲ ਤੇ ਅੰਦਰ ਹੋਰ ਸੀ। ਪਿਓ ਪੁੱਤਰ ਇੱਕੋ ਜਗ੍ਹਾ ਸਨ, ਅੱਜ ਵੀ ਹਨ ਤੇ ਹੋਣੇ ਵੀ ਚਾਹੀਦੇ ਨੇ, ਠੀਕ ਹੈ। ਤੇ ਜਦੋਂ ਫਿਰ ਸੁਲਤਾਨਪੁਰ ਲੋਧੀ ਦੇ ਸਿਟਿੰਗ MLA ਦੇ ਨਾਲ ਉਹਨਾਂ ਦੀ ਇੱਕ ਬਹਿਸ ਇੱਕ ਚੈਨਲ ਤੇ ਜਿਹੜੀ ਹੈ ਸੁਣੀ ਗਈ ਫੋਨ ਦੇ ਜ਼ਰੀਏ, ਉਹ ਸਾਰੇ ਪੰਜਾਬ ਨੇ, ਸਾਰੇ ਭਾਰਤ ਨੇ ਤੇ ਵਿਦੇਸ਼ਾਂ ਵਿੱਚ ਬੈਠੇ ਹੋਏ ਲੋਕਾਂ ਨੇ ਵੀ ਵੇਖੀ ਸੁਣੀ ਹੈ ਜੀ। ਉਸ ਵਿੱਚ ਬਹੁਤ ਕੁਝ ਇੱਕ ਦੂਸਰੇ ਨੂੰ ਤੋਹਮਤਾਂ ਲਾ ਕੇ ਆਖਿਆ ਗਿਆ। ਹੁਣ ਉਹ ਨਵਤੇਜ ਸਿੰਘ ਦੇ ਨਾਲ ਉਸਨੂੰ ਸ਼ਾਰਟ ਨੇਮ ਦੇ ਨਾਲ ਬੁਲਾ ਕੇ ਇਹ ਵੀ ਆਖਿਆ ਗਿਆ ਕਿ 10-12 ਕਿੱਲਿਆਂ ਦਾ ਤੂੰ ਮਾਲਕ ਹੈ, ਤੂੰ ਇੰਨੀ ਜ਼ਮੀਨ ਵੇਚ ਲਈ ਹੈ। ਦੂਸਰੇ ਪਾਸੇ ਉਹਨੂੰ ਕਹਿ ਰਹੇ ਨੇ ਕਿ ਤੂੰ ਲੁੱਟ ਕੇ ਖਾ ਲਿਆ ਤੇ ਤੂੰ ਇਹਨੂੰ ਤੇਰੇ ਤੇ ਆਹ ਇਲਜ਼ਾਮ ਹੈ, ਤੇਰੇ ਤੇ ਆਹ ਇਲਜ਼ਾਮ ਹੈ, ਤੂੰ ਨਸ਼ੇ ਵੇਚਿਆ, ਤੂੰ ਆਹ ਕੀਤਾ ਹੈ। ਨਾਲ ਦੀ ਨਾਲ ਉਹ ਇਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਰੇ ਪੰਜਾਬ ਸਰਕਾਰ ਦੇ ਸਿਰ ਰੇਤਾ ਪਾਈ ਹੈ, ਕੋਈ ਨਹੀਂ ਮੈਂ ਤੈਨੂੰ ਦੱਸੂਗਾ। ਇਸ ਲੈਵਲ ਦੀ ਹੇਠਲੇ ਪੱਧਰ ਦੀ ਜਿਹੜੀ ਸ਼ਬਦਾਵਲੀ ਉੱਥੇ ਵਰਤੀ ਗਈ। ਇੱਕ ਗੱਲ ਮੈਨੂੰ ਵੈਸੇ ਸਮਝ ਨਹੀਂ ਆਈ। ਇੱਕ ਪਾਸੇ ਤਾਂ ਤੁਸੀਂ ਉਹਨੂੰ ਕਹਿ ਰਹੇ ਕਿ ਤੂੰ 10-12 ਕਿੱਲਿਆਂ ਦਾ ਮਾਲਕ ਹੈ ਤੇ ਤੂੰ ਜ਼ਮੀਨ ਵੇਚ ਲਈ, ਤੇ ਦੂਜੇ ਪਾਸੇ ਕਹਿੰਦੇ ਤੂੰ ਲੁੱਟ ਕੇ ਖਾ ਲਿਆ। ਬਿਲਕੁਲ। ਜੇ ਉਹ ਸਮਰੱਥ ਹੀ ਨਹੀਂ ਹੈ ਇੰਨਾ, ਚਲੋ ਜੋ ਮਰਜ਼ੀ ਵੀ ਹੋਵੇ, ਇਹ ਤਾਂ ਉਹੀ ਜਾਣਦੇ ਨੇ, ਪਰ ਫਿਰ ਉਹ ਦੋਨੇ ਗੱਲਾਂ ਮੈਚ ਨਹੀਂ ਕਰਦੀਆਂ। ਬਿਲਕੁਲ। ਰਾਣਾ ਗੁਰਜੀਤ ਸਿੰਘ ਉੱਥੇ ਨਹੀਂ ਰੁਕੇ। ਸੁਖਪਾਲ ਸਿੰਘ ਖਹਿਰਾ ਦੇ ਹਲਕੇ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਪੂਰੀ ਜ਼ੋਰ ਸ਼ੋਰ ਨਾਲ ਠੋਕ ਕੇ ਹੈ। ਕਿਤੇ ਦੋਨੇ ਇਕੱਤਰ ਹੋ ਜਾਣ ਤੇ ਫਿਰ ਉੱਥੇ ਸਿਆਸੀ ਫੁੱਲ ਝੜੀਆਂ ਚਲਦੀਆਂ ਨੇ। ਜੀ। ਤੇ ਹਾਈ ਕਮਾਨ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਰਾਣਾ ਗੁਰਜੀਤ ਸਿੰਘ ਨੇ
ਕਿ ਇਸ ਦੀ ਜੋ ਇਸ ਨੂੰ ਟਿਕਟ ਦਿੱਤੀ ਗਈ ਹੈ ਉਹ ਰੱਦ ਕੀਤੀ ਜਾਵੇ, ਇਹ ਕਾਬਿਲ ਨਹੀਂ ਹੈ, ਆਹ ਗੱਲਾਂ ਨੇ ਫਲਾਨੀਆਂ ਨੇ। ਨਵਜੋਤ ਸਿੰਘ ਸਿੱਧੂ ਬਾਰੇ ਪਹਿਲੇ ਕਹਿ ਚੁੱਕੇ ਨੇ ਕਿ ਉਹਦੇ 'ਚ ਹਿੰਮਤ ਹੈ ਤੇ ਮੈਨੂੰ ਖੜਾ ਕੇ ਦਿਖਾਵੇ। ਜੀ ਹੁਣ ਉਹ ਕਪੂਰਥਲੇ ਤੋਂ ਬਾਹਰ ਨਿਕਲ ਕੇ ਜਲੰਧਰ ਦੇ ਵਿੱਚ ਆ ਬੈਠੇ ਨੇ, ਜਲੰਧਰ ਦੇ ਬਾਰੇ ਬੋਲੇ ਨੇ। ਜਲੰਧਰ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਦੇ ਲਾਗੇ ਇਲਾਕਾ ਹੈ, ਕਾਜ਼ੀ ਮੰਡੀ ਉਸ ਨੂੰ ਆਖਦੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਵਿਕਣ ਦੀ ਸ਼ੁਰੂਆਤ ਇਸ ਕਾਜ਼ੀ ਮੰਡੀ ਇਲਾਕੇ ਤੋਂ ਹੋਈ ਹੈ। ਜੀ ਬਿਲਕੁਲ। ਤੇ ਸ਼ੁਰੂ ਇਹ ਅਵਤਾਰ ਸਿੰਘ ਹੈਨਰੀ ਹੋਣਾ ਨੇ ਕੀਤੀ ਹੈ। ਜੀ ਅਵਤਾਰ ਸਿੰਘ ਹੈਨਰੀ ਪੁਰਾਣੇ ਸਿਆਸਤਦਾਨ ਨੇ, ਉਹਨਾਂ ਤੇ ਵੀ ਆਪਣੇ ਤੌਰ ਤੇ ਇਲਜ਼ਾਮ ਹੈ ਕਿ ਸ਼ਾਇਦ ਉਹਨਾਂ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹੈ ਤੇ ਉਹ ਪੰਜਾਬ ਵਿੱਚ ਜਾਂ MLA ਬਣ ਚੁੱਕੇ ਨੇ, ਮੰਤਰੀ ਬਣ ਚੁੱਕੇ ਨੇ, ਟਰਾਂਸਪੋਰਟਰ ਵੀ ਨੇ। ਹੁਣ ਉਹਨਾਂ ਦਾ ਬੇਟਾ ਵੀ ਹੈ, ਉਹ ਵੀ ਰਾਜਨੀਤੀ ਵਿੱਚ ਹੈ, ਬਾਬਾ ਹੈਨਰੀ ਹੈ। ਹੁਣ ਉਹਨਾਂ ਦੇ ਨਾਲ ਸਿੱਧਾ ਆਡਾ ਉਹਨਾਂ ਨੇ ਲਾ ਲਿਆ ਰਾਣਾ ਗੁਰਜੀਤ ਸਿੰਘ ਦੇ। ਇਸ ਉਹਨਾਂ ਦੀ ਇੱਕ ਕਿਸਮ ਦੀ ਮੈਂ ਸਮਝਦਾ ਕਿ ਆਲ ਇਨ ਆਲ ਇਸ ਖਿੱਤੇ ਦੇ ਵਿੱਚ ਬਗਾਵਤ ਕੀਤੀ ਹੋਈ ਹੈ। ਜੀ ਕੁਲਦੀਪ ਜੀ, ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ, ਨਵਤੇਜ ਚੀਮਾ ਦੇ ਨਾਲ ਉਹਨਾਂ ਦੀ ਜੰਗ ਚੱਲ ਰਹੀ ਹੈ, ਉਧਰੋਂ ਸੁਖਪਾਲ ਖਹਿਰਾ ਦੇ ਨਾਲ ਜੰਗ ਚੱਲ ਰਹੀ ਹੈ, ਉਧਰੋਂ ਹੁਣ ਉਹਨਾਂ ਨੇ ਅਵਤਾਰ ਹੈਨਰੀ ਨੂੰ ਵੀ ਨਿਸ਼ਾਨੇ ਤੇ ਲੈ ਲਿਆ, ਮਤਲਬ ਜਿਵੇਂ ਉਹਨਾਂ ਨੇ ਆਪਣੇ ਕਰੀਬੀਆਂ ਨੂੰ, ਆਲੇ ਦੁਆਲੇ ਵਾਲਿਆਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਹੋਇਆ ਹੈ ਕਿ ਹਾਈ ਕਮਾਂਡ ਸੁੱਤੀ ਹੋਈ ਹੈ। ਹਾਈ ਕਮਾਂਡ ਕਾਂਗਰਸ ਦੀ ਜਿਹੜੀ ਹੈ ਨਾ ਜੀ, ਜੇ ਅੱਜ ਤੋਂ 25-30 ਸਾਲ ਰਿਵਾਈਂਡ ਕਰ ਲਈਏ ਤੇ ਉਹ ਹਾਈ ਕਮਾਂਡ ਰਹੀ ਨਹੀਂ। ਸੱਚੀ ਗੱਲ ਹੈ ਹਰਪ੍ਰੀਤ ਜੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਨੇ ਕੇਂਦਰ ਦੇ ਵਿੱਚ ਸਿਰਫ ਇੱਕ ਵਾਰ, ਜੇ ਮੈਂ ਗਲਤ ਨਹੀਂ ਤੇ ਸਿਰਫ ਇੱਕ ਵਾਰ ਮੈਜੋਰਿਟੀ ਸਰਕਾਰ ਬਣਾਈ ਆ। ਬਾਕੀ ਵਾਰੀ ਉਹਨਾਂ ਨੂੰ ਬਹੁਮਤ ਨਹੀਂ ਮਿਲਿਆ। ਮਿਲ ਜੋੜ ਵਾਲੀਆਂ ਟੁੱਟੀਆਂ ਭੱਜੀਆਂ ਸਰਕਾਰਾਂ ਚੱਲੀਆਂ ਨੇ, ਚਾਹੇ ਉਹ ਡਾਕਟਰ ਮਨਮੋਹਨ ਸਿੰਘ ਦੀ ਹੋਵੇ ਜਾਂ ਨਰਸਿਮਹਾ ਰਾਓ ਦੀ ਹੋਵੇ। ਇਸ ਤੋਂ ਬਿਨਾ ਉਹਨਾਂ ਕੋਲ ਕੋਈ ਸਟਰੈਂਥ ਰਹੀ ਨਹੀਂ। ਜੇ ਹਾਈ ਕਮਾਂਡ ਦੀ ਗੱਲ ਕਰੀਏ ਤਾਂ ਕਾਂਗਰਸ ਵਾਲੇ ਚਾਹੇ ਇਸ ਗੱਲ ਦਾ ਬੁਰਾ ਮਨਾਉਣ, ਉਹ ਇੱਕ ਪਰਿਵਾਰ ਦੀ ਝੋਲੀ ਵਿੱਚ ਹੀ ਪਏ ਹੋਏ ਨੇ। ਉਹਨਾਂ ਨੇ ਨਵੇਂ ਆਗੂ ਲੱਭਣ ਦਾ ਨਾ ਯਤਨ ਕੀਤਾ ਤੇ ਨਾ ਕਰ ਰਹੇ ਨੇ ਤੇ ਨਾ ਉਸ ਤੋਂ ਪਰਾਂ ਉਹ ਦੇਖ ਰਹੇ ਨੇ। ਸਿਰਫ ਗਾਂਧੀ ਪਰਿਵਾਰ ਦੇ ਨਾਲ ਉਹਨਾਂ ਦੀ ਨੇੜਤਾ। ਨਵਜੋਤ ਸਿੰਘ ਸਿੱਧੂ ਵੀ ਜਿਵੇਂ ਕਹਿੰਦੇ ਨੇ ਕਿ ਮੇਰਾ ਵਾਅਦਾ ਹੈ ਉਹਨਾਂ ਨਾਲ, ਪ੍ਰੋਮਿਸ ਹੈ ਕਿ ਮੈਂ ਨਾਲ ਹੀ ਰਵਾਂਗਾ, ਛੱਡ ਕੇ ਨਹੀਂ ਜਾਵਾਂਗਾ। ਉਹ ਸਾਰੀਆਂ ਗੱਲਾਂ ਇਕੱਲੇ ਨਵਜੋਤ ਸਿੰਘ ਸਿੱਧੂ ਨੇ, ਬਹੁਤ ਸਾਰੇ ਲੋਕ ਆਪਣੀ ਵਫਾਦਾਰੀ ਨੂੰ ਉਸੇ ਤੱਕ ਹੱਦ ਤੱਕ ਹੀ ਸੀਮਿਤ ਰੱਖਦੇ ਨੇ। ਇੱਕ ਕਾਂਗਰਸ ਨੇ ਜਦੋਂ ਦਾ ਇਹ ਪਹਿਲਾਂ ਨਹੀਂ ਸੀ, ਜਦੋਂ ਦਾ ਇਹ ਕਲਚਰ ਪੈਦਾ ਕਰ ਲਿਆ ਕਿ ਜਿਹੜਾ ਵੀ ਜਦੋਂ ਵੀ ਜਿਹੜੀ ਮਰਜ਼ੀ ਪਾਰਟੀ ਛੱਡ ਕੇ ਆਵੇ ਅਸੀਂ ਉਹਨੂੰ ਵੈਲਕਮ ਆਖਾਂਗੇ। ਬਹੁਤ ਸਾਰੀਆਂ ਪੰਜਾਬ ਦੇ ਵਿੱਚ ਅਜਿਹੀਆਂ ਉਦਾਹਰਨਾਂ ਨੇ ਜਿਹੜੇ ਕੈਂਡੀਡੇਟ ਜਾਂ ਦੂਸਰੀ ਪਾਰਟੀਆਂ ਵੱਲੋਂ ਜਿੱਤੇ ਹੋਏ ਨੇ, ਜਾਂ ਇਲੈਕਸ਼ਨ ਲੜੀ ਹੋਈ ਹੈ, ਜਾਂ ਨਹੀਂ ਵੀ ਜਿੱਤੇ, ਜਾਂ ਆਜ਼ਾਦ ਵੀ ਕਿਤੇ ਖੜੇ ਹੋ ਗਏ ਤੇ ਫਿਰ ਉਹ ਦੁਬਾਰਾ ਉਹਨਾਂ ਨੂੰ ਕਾਂਗਰਸ ਨੇ ਇਨਕਲੂਡ ਕਰਕੇ ਫਿਰ ਆਪਣੇ ਵੱਲੋਂ ਟਿਕਟਾਂ ਦੇ ਦਿੱਤੀਆਂ ਨੇ। ਇਸ ਵੇਲੇ ਦਲ ਬਦਲੂਆਂ ਦੀ ਗਿਣਤੀ ਮੇਰੇ ਖਿਆਲ ਹੈ ਕਿ ਅਸੀਂ ਕਰਨ ਬਹਿ ਜਾਈਏ ਤੇ ਪ੍ਰੋਗਰਾਮ ਦਾ ਸਾਰਾ ਸਮਾਂ ਉਸੇ ਵਿੱਚ ਨਿਕਲ ਜਾਣਾ। ਬਹੁਤ ਸਾਰੀਆਂ ਉਦਾਹਰਨਾਂ ਨੇ। ਟਾਂਡਾ ਤੋਂ ਸੰਗਤ ਸਿੰਘ ਗਿੱਲ ਜੀਆਂ ਆਜ਼ਾਦ ਉਮੀਦਵਾਰ ਜਿੱਤੇ ਸਨ, ਕਾਂਗਰਸ ਦੇ ਉਮੀਦਵਾਰ ਦੀ ਖਿਲਾਫਤ ਕਰਕੇ ਤੇ ਬਾਅਦ ਵਿੱਚ ਕਾਂਗਰਸ ਵਿੱਚ ਆ ਗਏ, ਇਸ ਵੇਲੇ ਮੰਤਰੀ ਨੇ। ਇਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਉਦਾਹਰਨਾਂ ਨੇ। ਹੁਣ ਇਹ ਜੇ ਕਾਂਗਰਸ ਨੇ ਕਲਚਰ ਡਿਵੈਲਪ ਕਰ ਲਿਆ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਸਾਡੇ ਖਿਲਾਫ ਬੋਲੀ ਜਾਵੇ, ਤੇ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਕਿਸਮ ਦੀ ਬਗਾਵਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀੋਂ ਲਾਇਆ ਸੀ। ਖੈਰ ਥੋੜਾ ਜਿਹਾ ਫਰਕ ਸੀ, ਮੁੱਦਿਆਂ ਦੀ ਗੱਲ ਸੀ। ਇਹ ਵਿਅਕਤੀਗਤ ਗੱਲ ਹੈ ਜਿਹੜੀ ਰਾਣਾ ਗੁਰਜੀਤ ਸਿੰਘ ਤੇ ਹੋਰ ਕਈ ਵਿਅਕਤੀ ਇਸ ਵੇਲੇ ਕਰ ਰਹੇ ਨੇ। ਹਰਜੋਤ ਕਮਲ ਜਿਹੜੇ ਨੇ ਉਹ ਭਾਜਪਾ ਵਿੱਚ ਗਏ ਨੇ, ਭਾਜਪਾ ਨੇ ਵੀ ਉਹੀ ਨੀਤੀ ਅਪਣਾਈ ਹੈ। ਜਦੋਂ ਉਹਨਾਂ ਦਾ ਪੰਜਾਬ ਵਿੱਚ ਕਿਤੇ ਹੱਥ ਨਹੀਂ ਪੈਂਦਾ ਤੇ ਉਹਨਾਂ ਨੇ ਕਾਂਗਰਸ ਦੇ ਜਿਨ੍ਹਾਂ ਨੇ ਟਿਕਟਾਂ ਨਹੀਂ ਦਿੱਤੀਆਂ ਉਹਨਾਂ ਨੂੰ ਤੁਸੀਂ ਸ਼ਾਮਲ ਕਰ ਰਹੇ ਹੋ। ਇਸੇ ਤਰ੍ਹਾਂ ਅਕਾਲੀ ਦਲ ਦੇ ਵੀ ਕਈ ਬੰਦੇ ਉਧਰ ਗਏ ਨੇ। ਬਹੁਤ ਕੁਝ ਹੋ ਰਿਹਾ ਹੈ। ਕਾਂਗਰਸ ਹਾਈ ਕਮਾਨ ਉਹ ਨਹੀਂ ਜੋ ਅਸੀਂ ਕਦੇ ਸਮਝਦੇ ਸੀ, ਕਮਜ਼ੋਰ ਹੈ, ਫੈਸਲੇ ਲੈਣ ਦੇ ਸਮਰੱਥ ਨਹੀਂ ਹੈ, ਤੇ ਜਾਂ ਰਾਣਾ ਗੁਰਜੀਤ ਸਿੰਘ ਹਾਈ ਕਮਾਨ ਦੇ ਬਹੁਤ ਕਲੋਜ਼ ਨੇ। ਜੀ ਕੁਲਦੀਪ ਜੀ, ਜੇ ਅਸੀਂ ਗੱਲ ਕਰੀਏ ਕਿ ਇਹਨਾਂ ਜਿਹੜੀਆਂ ਚੋਣਾਂ ਦੇ ਵਿੱਚ ਜਿਹੜਾ ਭਾਸ਼ਾ ਦਾ ਪੱਧਰ ਹੈ, ਭਾਵੇਂ ਆਪਾਂ ਰਾਣਾ ਗੁਰਜੀਤ ਸਿੰਘ ਨੂੰ ਲੈ ਲਈਏ, ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਹੀ ਲੈ ਲਈਏ, ਜਾਂ ਕਿਸੇ ਨੂੰ ਵੀ ਅਸੀਂ ਲੈ ਲਈਏ, ਤਾਂ ਭਾਸ਼ਾ ਦਾ ਪੱਧਰ ਇੰਨਾ ਜ਼ਿਆਦਾ ਡਿੱਗ ਚੁੱਕਾ ਹੈ ਕਿ ਉਸ ਨੂੰ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ ਕਿ ਕਿਸੇ ਨੇਤਾ ਨੇ ਕਿਸੇ ਦੂਸਰੇ ਨੇਤਾ ਬਾਰੇ ਕਿਹੜੀ ਸ਼ਬਦਾਵਲੀ ਵਰਤੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹੀ ਭਾਸ਼ਾ ਵਰਤ ਕੇ ਇਹ ਜਿਹੜੇ ਸਿਆਸਤਦਾਨ ਹੈ ਆਪਣੇ ਆਪ ਨੂੰ ਬਹੁਤ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਫਿਰ ਉਲਟੇ ਇਹ ਲੋਕਾਂ ਦੀਆਂ ਨਜ਼ਰਾਂ 'ਚ ਥੱਲੇ ਡਿੱਗ ਜਾਂਦੇ ਨੇ? ਦੇਖੋ, ਗੱਲ ਇਹ ਹੈ ਜੀ ਕਿ ਅਸੀਂ ਨਾ ਕਈ ਵਾਰੀ ਮੈਂ ਫੋਟੋਆਂ ਵੇਖਦਾ ਹੁੰਦਾ ਸੋਸ਼ਲ ਮੀਡੀਆ ਤੇ, ਕਈ ਵਾਰੀ ਅਸੀਂ ਦੋ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂਆਂ ਦੀਆਂ ਇੱਕ ਦੂਸਰੇ ਦੇ ਨਾਲ ਬੈਠਿਆਂ ਦੀਆਂ ਹਾਸਾ ਠੱਠਾ ਕਰਦਿਆਂ ਦੀਆਂ ਫੋਟੋਆਂ ਨੂੰ ਕਈ ਲੋਕ ਪਰਸਨਲ ਲੈਂਦੇ ਨੇ। ਇਹ ਗੱਲ ਸਮਝਣ ਵਾਲੀ ਹੈ ਹਰਪ੍ਰੀਤ ਜੀ ਕਿ ਜੋ ਸਿਆਸੀ ਧਿਰਾਂ ਹੁੰਦੀਆਂ ਨੇ ਇਸ ਵਿੱਚ ਹਾਰ ਜਿੱਤ ਬਣੀ ਹੁੰਦੀ ਹੈ, ਪਰ ਇਸ ਵਿੱਚ ਕੋਈ ਦੁਸ਼ਮਣੀ ਨਹੀਂ ਹੁੰਦੀ, ਕੋਈ ਦੂਸਰਾ ਮੁਲਕ ਨਹੀਂ ਹੈ। ਕਿਸੇ ਨੂੰ 5000 ਵੋਟ ਘੱਟ ਪੈ ਗਈ ਤੇ ਇਹਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੋਈ ਹੈਸੀਅਤ ਨਹੀਂ ਹੈ, ਉਹਦੀ ਵੀ ਹੈਸੀਅਤ ਹੈ। ਜੇ ਕਿਸੇ ਨੂੰ 5000 ਕੁੱਲ ਵੀ ਪਈ ਹੈ ਤੇ ਫਿਰ ਵੀ ਹੈ, 5 ਲੱਖ ਵਾਲੇ ਦੀ ਵੀ ਹੈ, ਉਹ ਜਿੱਤ ਕੇ ਇਸੇ ਕਰਕੇ ਜਾਂਦਾ, ਲੋਕਾਂ ਨੇ ਚੁਣਿਆ ਹੋਇਆ ਹੁੰਦਾ।
ਅਸੀਂ ਕਈ ਵਾਰੀ ਫੋਟੋ ਵੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਬੈਠੇ ਹੋਏ ਨੇ। ਬਿਲਕੁਲ। ਫਿਰ ਲੋਕ ਉਸ ਨੂੰ ਕਹਿੰਦੇ ਨੇ ਕਿ ਦੇਖੋ ਇਹ ਇਹਨਾਂ ਦੀ ਸਾਂਝ ਹੈ, ਸਾਨੂੰ ਮੂਰਖ ਬਣਾਉਂਦੇ ਨੇ। ਹੁਣ ਕੀ ਕਰਿਆ ਕਰਨ, ਬੰਦੂਕਾਂ ਤਾਣਿਆ ਕਰਨ ਇੱਕ ਦੂਸਰੇ ਤੇ। ਪਰ ਦੇਖੋ, ਪਰ ਜਦੋਂ ਲੋਕਾਂ ਦੇ ਸਾਹਮਣੇ ਪਬਲਿਕ ਦੇ ਵਿੱਚ ਆਮ ਤਕਰੀਰ ਜਦੋਂ ਕਰਦੇ ਨੇ ਜਾਂ ਹੋਰ ਕੋਈ ਗੱਲ ਹੁੰਦੀ ਹੈ, ਉੱਥੇ ਜਿਹੜੇ ਲਫ਼ਜ਼ ਵਰਤਦੇ ਨੇ ਉਹ ਬਹੁਤ ਸਖਤ ਤੇ ਬਹੁਤ ਭੱਦੇ ਹੁੰਦੇ ਨੇ। ਬਿਲਕੁਲ। ਤੇ ਜਦੋਂ ਆਪਸ ਵਿੱਚ ਮਿਲਦੇ ਨੇ ਫਿਰ ਠੀਕ ਠਾਕ ਹੁੰਦੇ ਨੇ। ਹੁਣ ਇਹ ਜਿਹੜੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਬਾਬਤ ਬਿਕਰਮ ਸਿੰਘ ਮਜੀਠੀਆ ਨੇ ਬੋਲੇ ਨੇ। ਰਾਣਾ ਗੁਰਜੀਤ ਸਿੰਘ ਹੁਣ ਕਿਸ ਤਰ੍ਹਾਂ ਦੇ ਲਫ਼ਜ਼ ਵਰਤ ਰਹੇ ਨੇ, ਤੇ ਕੇਜਰੀਵਾਲ ਨੂੰ ਇੱਕ ਸਾਂਝੇ ਤੌਰ ਤੇ ਜਿਹੜਾ ਨਿਸ਼ਾਨਾ ਬਣਾ ਕੇ ਇੱਕ ਖਾਸ ਮੁੱਦਿਆਂ ਤੇ ਜਿਹੜਾ ਕੀਤਾ ਜਾਂਦਾ, ਉਹ ਥੋੜਾ ਅਲੱਗ ਤੇ ਬੜਾ ਅਜੀਬ ਜਿਹਾ ਜਾਪਦਾ। ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਕਿਹਾ ਸੀ ਕਿ ਇਹ ਕੀ ਗੱਲ ਹੈ, ਚੱਪਲਾਂ ਜਿਹੀਆਂ ਪਾ ਕੇ ਆ ਜਾਂਦਾ ਹੈ, ਇਹਨੂੰ ਡਰੈਸਿੰਗ ਸੈਂਸ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਤਾ ਨਹੀਂ ਕੀ ਵੇਖਿਆ ਹੋਵੇਗਾ, ਜਾਂ ਉਹ ਤੇ ਵਿੱਚ ਰਹੇ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕਾਂਗਰਸ ਦੇ ਵੱਡੇ ਵੱਡੇ ਜਿਹੜੇ ਆਗੂ ਹੋਏ ਨੇ ਕੇਂਦਰ ਦੇ ਵਿੱਚ, ਬੜੇ ਲਰਨਡ, ਬੜੇ ਐਜੂਕੇਟਡ ਵਿਅਕਤੀ ਹੋਏ ਨੇ ਤੇ ਜਿਨ੍ਹਾਂ ਨੇ ਬੜਾ ਨਾਮ ਕਮਾਇਆ ਤੇ ਫੋਰਨ ਤੋਂ ਸਟੱਡੀਜ਼ ਸਨ, ਉਹ ਹਾਰਵਰਡ ਦੇ ਕੋਈ ਗ੍ਰੈਜੂਏਟ ਸਨ, ਕੋਈ ਕੁਝ ਸਨ। ਉਹਨਾਂ ਦੀ ਡਰੈਸ ਕਿਸ ਤਰ੍ਹਾਂ ਦੀ ਹੁੰਦੀ ਸੀ? ਬਿਲਕੁਲ। ਨਰਸਿਮਹਾ ਸਾਡੇ ਪ੍ਰਧਾਨ ਮੰਤਰੀ ਰਹੇ ਨੇ, ਉਹਨਾਂ ਦੀ ਡਰੈਸ ਕਿਹੋ ਜਿਹੀ ਹੁੰਦੀ ਸੀ? ਫਿਰ ਇਸ ਤਰ੍ਹਾਂ ਦਾ ਕਮੈਂਟ ਸਿਰਫ ਕੇਜਰੀਵਾਲ ਬਾਰੇ ਕਰਨਾ ਇਹ ਅਟਪਟਾ ਲੱਗਿਆ ਸੀ ਜੀ। ਇੱਥੇ ਬਸ ਨਹੀਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਆਪਣੇ ਆਪ ਨੂੰ ਦਲਿਤ ਭਾਈਚਾਰੇ ਦਾ ਚਿਹਰਾ ਵੀ ਪੇਸ਼ ਕਰ ਰਹੇ ਨੇ ਤੇ ਆਮ ਆਦਮੀ ਵੀ ਕਹਿੰਦੇ ਨੇ। ਆਮ ਆਦਮੀ ਵੀ ਕਹਿੰਦੇ ਨੇ, ਅਸਲੀ ਆਮ ਆਦਮੀ ਕਹਿੰਦੇ ਨੇ ਆਪਣੇ ਆਪ ਨੂੰ। ਹੁਣ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਯਾਰ ਉਹਨੂੰ ਕੱਪੜੇ ਤੇ ਚੰਗੇ ਲੈ ਕੇ ਦਿਓ। ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਮੈਂ ਕਣਕ ਵੀ ਵੱਢਦਾ ਰਿਹਾ, ਮੈਂ ਟੈਂਟ ਦਾ ਕੰਮ ਵੀ ਕੀਤਾ, ਮੈਂ ਮਾਈਕ੍ਰੋਫੋਨ ਸਾਊਂਡ ਸਿਸਟਮ ਦਾ ਵੀ ਕੰਮ ਕੀਤਾ, ਤੇ ਫਿਰ ਕੱਪੜਿਆਂ ਵਿੱਚ ਕੀ ਹੈ? ਬਿਲਕੁਲ। ਕੱਪੜਿਆਂ ਨਾਲ ਕੀ ਗੱਲ ਹੈ? ਇਹ ਜਿਹੜੀਆਂ ਗੱਲਾਂ ਨੇ ਬਹੁਤ ਹੇਠਲੇ ਪੱਧਰ ਦੀਆਂ ਨੇ। ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੇ ਲਫ਼ਜ਼ ਵਰਤ ਰਹੇ ਨੇ, ਕੇਜਰੀ ਕਹਿ ਕੇ ਕਦੀ ਟਿੱਪੀ ਪਾ ਦੇਣੀ, ਕਦੇ ਅੱਧਕ ਪਾ ਦੇਣਾ, ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਉਹ ਲਫ਼ਜ਼ ਵਰਤਣ ਤੋਂ ਇੱਥੇ ਵੀ ਗੁਰੇਜ਼ ਕਰ ਰਹੇ ਹਾਂ। ਅੱਜ ਸੁਰਜੀਤ ਕੁਮਾਰ ਜਿਆਣੀ ਭਾਜਪਾ ਦੇ ਆਗੂ, ਉਹ ਕਿਤੇ ਮੀਡੀਆ ਨਾਲ ਕੱਲ ਗੱਲਬਾਤ ਕਰਦੇ ਕਰਦੇ ਤੈਸ਼ ਵਿੱਚ ਆ ਕੇ ਉਹਨਾਂ ਨੇ ਇਹ ਨਹੀਂ ਦੇਖਿਆ, ਉਹ ਗਾਲ ਮੂੰਹ ਤੇ ਜਿਹੜੀ ਹੈ ਛੜੀ ਹੋਈ ਹੈ, ਉਹ ਆਪਣੇ ਆਪ ਨੂੰ ਉਹਨਾਂ ਨੇ ਕੱਢ ਦਿੱਤੀ, ਕਿਸੇ ਨੂੰ ਤਾਂ ਨਹੀਂ ਕੱਢੀ, ਪਰ ਉਹ ਕਿੰਨਾ ਬੁਰਾ ਲੱਗਿਆ। ਬਿਲਕੁਲ। ਪਰ ਹੁਣ ਸਿਸਟਮ ਹੁੰਦਾ, ਮੈਨੂੰ ਯਾਦ ਹੈ 2017 ਦੀਆਂ ਚੋਣਾਂ ਦੇ ਵਿੱਚ ਪਟਿਆਲਾ ਤੋਂ ਜਦੋਂ ਅਕਾਲੀ ਦਲ ਨੇ ਜਨਰਲ ਜੇ ਸਿੰਘ ਨੂੰ ਉਮੀਦਵਾਰ ਵਜੋਂ ਉਤਾਰਿਆ, ਤੇ ਉਹ ਠੀਕ ਹੈ ਫੌਜੀ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਨੇ, ਪਰ ਉਹ ਸਹਿ ਸੁਭਾਅ ਦੇ ਵਿੱਚ ਹੀ ਉਹ ਲਫ਼ਜ਼ ਜਿਹੜਾ ਸੀ ਉਹ 2-3 ਵਾਰੀ ਇਸ ਤਰ੍ਹਾਂ ਦਾ ਵਰਤ ਗਏ ਜਿਹੜਾ ਕਿ ਨਹੀਂ ਸੱਭਿਅਕ ਭਾਸ਼ਾ ਦੇ ਵਿੱਚ ਆਉਂਦਾ। ਫਿਰ ਜਦੋਂ ਉਹਨਾਂ ਨੂੰ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਤੁਸੀਂ ਇਹ ਗਾਲ ਕੱਢੀ, ਕਹਿੰਦੇ ਮੈਂ ਤਾਂ ਕੱਢੀ ਨਹੀਂ। ਫਿਰ ਉਹ ਗੱਲ ਹੋਰ ਪਾਸੇ ਨੂੰ ਉਹ ਜਿਹੜਾ ਸੀ ਲੈ ਕੇ ਜਾਣੀ ਪਈ ਉਹਨਾਂ ਨੂੰ। ਇਹ ਸਾਡਾ ਇੱਕ ਸਮਾਜਿਕ ਇੱਕ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਸਿਸਟਮ ਕਿ ਅਸੀਂ ਕਿਸੇ ਨੂੰ ਕਹਿਣ ਲੱਗੇ ਕੁਝ ਵੇਖਦੇ ਨਹੀਂ। ਜ਼ਾਬਤੇ ਵਿੱਚ ਰਹਿ ਕੇ ਪੰਜਾਬ ਦੇ ਮੁੱਦਿਆਂ ਦੀ ਲੋਕਾਂ ਦੀ ਗੱਲ ਕੀਤੀ ਜਾਵੇ, ਇੱਥੇ ਦੀ ਨੌਜਵਾਨੀ ਨੂੰ ਅਸੀਂ ਕੀ ਦੇ ਰਹੇ ਹਾਂ ਉਹ ਦੱਸਿਆ ਜਾਵੇ। ਇੱਕ ਦੂਸਰੇ ਤੇ ਤੌਂਤਾ ਲਾਉਣ ਨਾਲ ਕੁਝ ਨਹੀਂ ਹੋਣ ਵਾਲਾ। ਜੇ ਕੰਮ ਚੰਗਾ ਕਰੋਗੇ ਤੇ ਤੁਹਾਨੂੰ ਮਾੜਾ ਬੋਲਣ ਦੀ ਲੋੜ ਨਹੀਂ, ਵੈਸੇ ਲੋਕ ਤੁਹਾਡੀ ਸਪੋਰਟ ਕਰਨਗੇ। ਜੀ ਬਿਲਕੁਲ। ਜੇ ਕੰਮ ਚੰਗਾ ਕੀਤਾ ਜਾਵੇ ਤੇ ਭਾਸ਼ਾ ਦਾ ਸੱਭਿਅਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਨੇਤਾ ਹੀ ਲੋਕਾਂ ਦੇ ਆਦਰਸ਼ ਹੁੰਦੇ ਨੇ। ਤੇ ਕੁਲਦੀਪ ਜੀ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕੁਝ ਗੁਰ ਦੱਸੇ ਨੇ ਭਾਜਪਾ ਨੂੰ ਹਰਾਉਣ ਦੇ, ਤੇ ਇਹਦੇ ਬਾਰੇ ਅਸੀਂ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਨੂੰ ਆਖਦੇ ਹਾਂ ਕੁਲਦੀਪ ਜੀ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਉਹ ਕੁਝ ਨਾ ਕੁਝ ਦਾਅਵਾ ਕਰਦੇ ਰਹਿੰਦੇ ਨੇ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਭਾਜਪਾ ਜਿਹੜੀ ਉਸ ਨੂੰ ਕੋਈ ਹਰਾ ਨਹੀਂ ਸਕਦਾ, ਨਰਿੰਦਰ ਮੋਦੀ ਨੂੰ ਭਾਵੇਂ ਗੱਦੀਓਂ ਹਟਾ ਦਿੱਤਾ ਜਾਏ ਪਰ ਭਾਜਪਾ ਦਾ ਕੋਈ ਸਾਨੀ ਨਹੀਂ ਹੈ। ਪਰ ਹੁਣ ਉਹਨਾਂ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਕਿ ਕਿਵੇਂ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਕੀ ਕਹਿਣਾ ਚਾਹੋਗੇ? ਦੇਖੋ ਹਰਪ੍ਰੀਤ ਜੀ, ਮੈਂ ਥੋੜਾ ਜਿਹਾ ਕਰੈਕਟ ਕਰਾਂ ਤੁਹਾਨੂੰ। ਉਹਨਾਂ ਨੇ ਇਹ ਨਹੀਂ ਸੀ ਪਹਿਲਾਂ ਵੀ ਆਖਿਆ ਕਿ ਭਾਜਪਾ ਨੂੰ ਹਰਾਇਆ ਨਹੀਂ ਜਾ ਸਕਦਾ ਜੀ। ਉਹ ਕਾਂਗਰਸ ਦੇ ਪੁਆਇੰਟ ਆਫ ਵਿਊ ਤੋਂ ਬੋਲ ਰਹੇ ਸਨ ਉਸ ਵੇਲੇ। ਇਹ ਗੱਲ ਗੌਰ ਨਾਲ ਸੁਣਨ ਵਾਲੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਾਂਗਰਸ ਇਸ ਗੱਲ ਨੂੰ ਨਹੀਂ ਸਮਝ ਰਹੀ ਕਿ ਭਾਜਪਾ ਹੁਣ ਪੱਕੇ ਤੌਰ ਤੇ ਅਗਲੇ 25-30 ਸਾਲ ਇੱਥੋਂ ਜਾਣ ਵਾਲੀ ਨਹੀਂ ਜੀ। ਇਹਦਾ ਮਤਲਬ ਇਹ ਨਹੀਂ ਕਿ ਭਾਜਪਾ ਜਿਹੜੀ ਆ ਸੱਤਾ ਵਿੱਚ ਬਣੀ ਰਹੇਗੀ, ਪਰ ਉਹਨਾਂ ਨੇ ਕਾਂਗਰਸ ਨੂੰ ਇਹ ਗੱਲ ਚਿਤਾਰ ਕੇ ਆਖੀ ਸੀ ਕਿ ਤੁਸੀਂ ਭਾਰਤ ਦੇ ਆਜ਼ਾਦ ਭਾਰਤ ਦਾ ਇਤਿਹਾਸ ਵੇਖ ਲਓ। ਤੇ ਉਦੋਂ ਕਾਂਗਰਸ ਜਿਹੜੀ ਹੈ ਟਿਕੀ ਰਹੀ ਹੈ, ਤੇ ਬਾਕੀ ਕੋਈ ਪਾਰਟੀ ਆਈ, ਕਦੇ ਜਨਤਾ ਦਲ ਆ ਗਿਆ, ਕਦੇ ਕੁਝ ਹੋਰ ਆ ਗਿਆ, ਉਹ ਸਾਰੇ ਖਿਲਰ ਪਸਰ ਗਏ, ਉਹ ਲੱਭੇ ਨਹੀਂ। ਪਰ ਭਾਜਪਾ ਇੱਥੇ ਜਾਣ ਵਾਲੀ ਨਹੀਂ, ਭਾਜਪਾ ਟਿਕੀ ਰਹੇਗੀ। ਹਾਂ,
ਉਹਨਾਂ ਨੂੰ ਇੱਕ ਅੱਧੀ ਵਾਰੀ ਤੁਸੀਂ ਹਰਾ ਸਕਦੇ ਹੋ, ਪਰ ਇਦਾਂ ਨਹੀਂ ਹੋ ਸਕਦਾ ਵੀ ਉਹ ਇਸ ਦ੍ਰਿਸ਼ ਤੋਂ ਹੀ ਲੰਬੇ ਹੋ ਜਾਣ। ਸੋ ਭਾਜਪਾ ਪੱਕੇ ਤੌਰ ਤੇ ਰਹੇਗੀ, ਉਹਨਾਂ ਨੇ ਆਪਣਾ ਇੱਕ ਵੋਟ ਬੈਂਕ ਬਣਾ ਲਿਆ। ਜਿਹੜੀ ਸਭ ਤੋਂ ਇੰਟਰਸਟਿੰਗ ਜਿਹੜੀ ਗੱਲ ਹੈ ਨਾ, ਉਹ ਇਹ ਕਹਿੰਦੇ ਨੇ ਕਿ ਭਾਜਪਾ ਨੇ 3 ਮੁੱਦਿਆਂ ਤੇ, ਇਹ ਵੀ ਸੁਣਨ ਵਾਲੀ ਗੱਲ ਹੈ, 3 ਮੁੱਦਿਆਂ ਤੇ ਦੇਸ਼ ਵਾਸੀਆਂ ਨੂੰ ਕੀਲਿਆ ਹੋਇਆ। ਨੰਬਰ 1 ਹਿੰਦੂਤਵ, ਕਿ ਅਸੀਂ ਇੱਕ ਖਾਸ ਭਾਈਚਾਰੇ ਨੂੰ ਟਾਰਗੇਟ ਕਰਕੇ ਆਪਣੀ ਰਾਜਨੀਤੀ ਕਰਨੀ ਹੈ, ਉਹਨਾਂ ਨੂੰ ਖੁਸ਼ ਕਰਨਾ ਹੈ। ਨੰਬਰ 2 ਅਤ ਰਾਸ਼ਟਰਵਾਦ ਜਾਂ ਅੰਧ ਰਾਸ਼ਟਰਵਾਦ, ਜਿਸ ਵਿੱਚ ਲੋਕਾਂ ਨੂੰ ਰਾਸ਼ਟਰਵਾਦ ਦਾ ਪਾਠ ਪੜਾਉਣਾ ਹੈ, ਹੋਵੇ ਭਾਵੇਂ ਕੁਝ ਵੀ ਨਾ। ਜਿਵੇਂ ਇੱਕ ਬੰਦਾ ਦੂਰ ਦਰਾਡੇ ਬੈਠਾ ਗੁਜਰਾਤ ਦੇ ਕੋਨੇ ਤੇ ਜਾਂ ਹੋਰ ਕਿਸੇ ਦੇਸ਼ ਦੇ ਹਿੱਸੇ ਦੇ ਵਿੱਚ, ਮੈਂ ਆਪਣੀ ਗੱਲ ਕਰਾਂ ਤੇ ਸਾਡਾ ਛੋਟਾ ਜਿਹਾ ਪਿੰਡ ਹੈ ਤੇ 100-125 ਘਰ ਹੋਵੇਗਾ, ਤੇ ਜੇ ਉੱਥੇ ਫੌਜੀ ਗਿਣ ਲੱਗੀਏ ਮੌਜੂਦਾ ਤੇ ਜਿਹੜੇ ਸਾਬਕਾ ਹੋਏ ਨੇ ਉਹ 60 ਤੋਂ ਉੱਪਰ ਹੋਣਗੇ ਜੀ। ਇਸ ਦਾ ਮਤਲਬ ਹੈ ਕਿ ਜੋ ਕੰਟਰੀਬਿਊਸ਼ਨ ਹੈ ਤੁਹਾਡਾ ਦੇਸ਼ ਦੀ ਸੁਰੱਖਿਆ ਦੇ ਵਿੱਚ, ਉਸ ਦਾ ਲੈਵਲ ਤੁਸੀਂ ਦੇਖ ਸਕਦੇ ਹੋ। ਤੇ ਕਿੰਨੇ ਭਾਰਤ ਦੇ ਇਹੋ ਜਿਹੇ ਹਿੱਸੇ ਹੋਣਗੇ ਜਿੱਥੇ ਕਈ ਪਿੰਡਾਂ ਵਿੱਚ ਇੱਕ ਵੀ ਫੌਜੀ ਨਹੀਂ। ਹੁਣ ਇੱਥੇ ਉਹਨਾਂ ਨੂੰ ਰਾਸ਼ਟਰਵਾਦ ਕੋਈ ਆ ਕੇ ਪੜ੍ਹਾਵੇ, ਜਿਸ ਨੇ, ਜਿਵੇਂ ਇੱਕ ਕੁਝ ਦਿਨ ਪਹਿਲਾਂ ਇੱਕ ਬਿਆਨ ਆਇਆ ਸੀ ਗੁਜਰਾਤ ਦੇ ਇੱਕ ਆਗੂ ਦਾ, ਕਿ ਪੰਜਾਬ ਦੇ ਲੋਕਾਂ ਨੇ ਜਿੰਨਾ ਤਿਰੰਗੇ ਦੇ ਵਿੱਚ ਆਪਣੇ ਸ਼ਹੀਦਾਂ ਦੀਆਂ ਲਿਪਟੀਆਂ ਹੋਈਆਂ ਦੇਹਾਂ ਦੇ ਉੱਪਰ ਤਿਰੰਗਾ ਦੇਖਿਆ, ਦੂਜਿਆਂ ਨੂੰ ਇਸ ਦੀ ਗੱਲ ਨਹੀਂ ਕਰਨੀ ਚਾਹੀਦੀ। ਪੰਜਾਬੀਆਂ ਨੂੰ ਰਾਸ਼ਟਰ ਭਗਤੀ, ਦੇਸ਼ ਭਗਤੀ ਦਾ ਪਾਠ ਨਹੀਂ ਪੜਾਉਣਾ ਚਾਹੀਦਾ, ਪਰ ਇਹ ਪੜਾਇਆ ਜਾ ਰਿਹਾ। ਰਾਸ਼ਟਰਵਾਦ, ਰਾਸ਼ਟਰਵਾਦ, ਰਾਸ਼ਟਰਵਾਦ। ਤੁਸੀਂ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਓ, ਤੁਹਾਨੂੰ ਭੁੱਲ ਹੀ ਗਿਆ ਕਿ ਸਾਡੀ ਲੜਾਈ ਤੇ ਗਰੀਬੀ ਨਾਲ ਵੀ ਉਨੀ ਵੱਡੀ ਹੈ, ਬੇਰੁਜ਼ਗਾਰੀ ਨਾਲ ਵੀ ਉਨੀ ਵੱਡੀ ਹੈ, ਭੁੱਖਮਰੀ ਨਾਲ ਵੀ ਉਨੀ ਵੱਡੀ ਹੈ, ਤੇ ਪਾਕਿਸਤਾਨ ਨਾਲ ਲੜਾਈ ਕਾਹਦੀ ਹੈ? ਹੋਵੇਗੀ। ਉਸ ਵਾਸਤੇ ਹੋਰ ਡਿਪਾਰਟਮੈਂਟ ਸਰਕਾਰਾਂ ਦੇ ਇਸੇ ਕੰਮ ਨੂੰ ਹੁੰਦੇ ਨੇ। ਜਿਹੜੇ ਬਾਕੀ ਨੇ ਉਹ ਤਾਂ ਨਾ ਇਹ ਪਾਠ ਪੜਾਉਣ, ਰਾਸ਼ਟਰਵਾਦ ਸਿਖਾਉਣ ਲੱਗ ਪਏ। ਉਹ ਜਿਹੜੀ ਗੱਲ ਹੈ ਉਹਨਾਂ ਨੇ ਕੀਤੀ ਹੈ। ਹਿੰਦੂਤਵ, ਅਤ ਰਾਸ਼ਟਰਵਾਦ ਤੇ ਲੋਕ ਭਲਾਈ, ਇਹ 3 ਚੀਜ਼ਾਂ ਨੇ ਕਿ ਸਾਨੂੰ, ਅਸੀਂ ਲੋਕਾਂ ਦੇ ਵਿੱਚ ਆਹ ਕੰਮ ਕਰ ਰਹੇ ਹਾਂ ਤੇ ਇਹ ਸਾਡੇ ਖਾਸ ਕਾਰਜ ਨੇ ਜਿਹੜੇ ਹੋਰ ਕਿਸੇ ਨੇ ਅਜੇ ਤੱਕ ਕੀਤੇ ਨੇ ਤੇ ਨਾ ਕਿਸੇ ਨੇ ਕਰਨੇ ਨੇ। ਪ੍ਰਸ਼ਾਂਤ ਕਿਸ਼ੋਰ ਕਹਿੰਦੇ ਨੇ, ਉਹਨਾਂ ਨੇ ਦੱਸੇ ਨੇ ਇਹੋ 3 ਮੁੱਦੇ। ਉਹਨੇ ਕਿਹਾ ਕਿ ਇਹਨਾਂ ਵਿੱਚੋਂ 2 ਦੇ ਉੱਪਰ, ਹੁਣ ਉਹਨਾਂ ਨੇ ਇਹ ਨਹੀਂ ਕਿਹਾ ਕਿਹੜੇ, 2 ਦੇ ਉੱਪਰ ਸਰਕਾਰ ਨੂੰ ਚੈਲੰਜ ਕਰਨਾ ਹੋਵੇਗਾ ਤੇ ਬਾਕੀਆਂ ਨੂੰ ਦੱਸਣਾ ਪਵੇਗਾ ਕਿ ਅਸੀਂ ਇਹ ਤੁਹਾਡੇ ਨਾਲੋਂ ਬਿਹਤਰ ਕਰ ਸਕਦੇ ਹਾਂ, ਜਾਂ ਕੋਈ ਹੋਰ ਮੁੱਦੇ ਇਹਦੇ ਬਰਾਬਰ ਅਸੀਂ ਖੜੇ ਕਰ ਸਕਦੇ ਹਾਂ। ਨਾਲ ਦੀ ਨਾਲ ਉਹ ਲਿਖਦੇ ਨੇ ਕਿ ਮੌਜੂਦਾ ਸਥਿਤੀ ਵਿੱਚ ਮੈਨੂੰ ਕੁਛ ਨਹੀਂ ਦਿਸ ਰਿਹਾ। ਕਾਂਗਰਸ ਨੂੰ ਉਹ ਸਿਰੇ ਤੋਂ ਨਕਾਰ ਰਹੇ ਨੇ। ਉਹਨੇ ਕਿਹਾ ਕਿ ਵਿਰੋਧੀ ਧਿਰ, ਵਿਰੋਧੀ ਫਰੰਟ ਬਣਾਉਣ 'ਚ ਮੈਂ ਮਦਦ ਕਰ ਸਕਦਾ, ਪਰ ਇਹ 2-4 ਲੀਡਰ ਕਿਸੇ ਕਮਰੇ 'ਚ ਬੈਠ ਕੇ ਮੀਟਿੰਗ ਕਰ ਲੈਣ, ਉਹਨੇ ਨਾਲ ਕੰਮ ਹੋਣ ਵਾਲਾ ਨਹੀਂ ਹੈ। ਇਹ ਸਾਨੂੰ ਸਿਧਾਂਤਕ ਤੌਰ ਤੇ ਜੁੜਨਾ ਪਏਗਾ ਤੇ ਰਣਨੀਤਿਕ ਲੜਾਈ ਲੰਬੀ ਲੜਨੀ ਪਏਗੀ, ਫਿਰ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ, ਖਾਸ ਤੌਰ ਤੇ 2024 ਦੇ ਵਿੱਚ। ਹੁਣ ਉਹਨਾਂ ਨੇ ਕਿਹਾ ਕਿ ਵੈਸਟ ਬੰਗਾਲ, ਉੜੀਸਾ, ਤੇਲੰਗਾਨਾ, ਆਂਧਰਾ, ਤਾਮਿਲਨਾਡੂ, ਕੇਰਲਾ, ਇਹਨਾਂ ਦੇ ਵਿੱਚ 200 ਦੇ ਕਰੀਬ ਲੋਕ ਸਭਾ ਸੀਟਾਂ ਨੇ। ਭਾਜਪਾ ਕੋਲ ਇਹਨਾਂ ਵਿੱਚੋਂ 50 ਸੀਟਾਂ ਨੇ ਜੀ। ਬਾਕੀ ਦੀਆਂ ਫਿਰ ਇਹਦਾ ਮਤਲਬ ਬਾਕੀ ਪਾਰਟੀਆਂ ਕੋਲ ਨੇ। ਪਰ ਉਹ ਕਹਿੰਦੇ ਨੇ ਕਿ ਇਹਨਾਂ ਸੂਬਿਆਂ ਤੋਂ ਇਲਾਵਾ ਇੱਕ ਅੱਧਾ ਕੋਈ ਹੋਰ ਸੂਬਾ ਹੈ, ਪੰਜਾਬ ਵਗੈਰਾ, ਨਹੀਂ ਤੇ ਭਾਜਪਾ ਬਾਕੀ ਸੂਬਿਆਂ ਦੇ ਵਿੱਚ ਕਿਸੇ ਨੂੰ ਹੋਰ ਲਾਗੇ ਆਉਣ ਨਹੀਂ ਦਿੰਦੀ, ਖੰਘਣ ਨਹੀਂ ਦਿੰਦੀ। ਉਹਨਾਂ ਕਿਹਾ ਕਿ ਉੱਥੇ ਸਾਨੂੰ ਕੁਝ ਕਰਨਾ ਪਏਗਾ। ਉਹ ਪੂਰੀ ਕੈਲਕੂਲੇਸ਼ਨ ਦੱਸ ਰਹੇ ਨੇ ਕਿ ਭਾਜਪਾ ਨੂੰ ਮਾਤ ਦੇਣ ਲਈ ਸਾਨੂੰ ਲੰਬੇ ਤੌਰ ਤੇ ਰਣਨੀਤਿਕ ਲੜਾਈ ਲੜਨ ਦੀ ਲੋੜ ਹੈ। ਫਰੰਟ ਜਿਹੜਾ ਹੈ ਕਿਸੇ 2-4 ਲੀਡਰਾਂ ਦੇ ਬੈਠਣ ਨਾਲ ਨਹੀਂ ਬਣਨਾ। ਇਸ ਪ੍ਰਤੀ ਸਾਨੂੰ ਨੀਤੀ ਤਿਆਰ ਕਰਨੀ ਪਏਗੀ। ਅਖੌਤੀ ਗੱਠਜੋੜ ਉਹਨਾਂ ਨੇ ਲਫ਼ਜ਼ ਵਰਤਿਆ। ਅਖੌਤੀ ਗੱਠਜੋੜ ਜੋ ਪਿਛਲੇ ਸਮੇਂ 'ਚ ਹੁੰਦੇ ਰਹੇ ਨੇ ਕਿ ਇੱਕ ਸੱਤਾ ਦੀ ਕੁਰਸੀ ਦੇ ਵਿੱਚ ਬਣੇ ਰਹਿਣ ਲਈ ਇੱਕ ਜਿਹੜੇ ਨੇ ਗੱਠਜੋੜ ਕੀਤੇ ਜਾਂਦੇ ਨੇ, ਜਿਵੇਂ ਹੁਣ ਕਈ ਸੂਬਿਆਂ ਦੇ ਵਿੱਚ ਹੋਏ ਨੇ, ਵੋਟਾਂ ਇੱਕ ਦੂਸਰੇ ਦੇ ਵਿਰੁੱਧ ਲੜੀਆਂ ਜਾਂਦੀਆਂ ਨੇ, ਮੁੱਦੇ ਅਲੱਗ ਹੁੰਦੇ ਨੇ, ਇੱਕ ਦੂਸਰੇ ਦੇ ਖਿਲਾਫ ਰੱਜ ਕੇ ਚਿੱਕੜ ਉਛਾਲਿਆ ਜਾਂਦਾ ਹੈ, ਤੇ ਫਿਰ ਜਦੋਂ ਬਾਅਦ ਵਿੱਚ ਰਿਜ਼ਲਟ ਆਉਂਦੇ ਨੇ, ਕਿਸੇ ਨੂੰ ਮੈਜੋਰਟੀ ਨਹੀਂ ਮਿਲਦੀ, ਬਹੁਮਤ ਨਹੀਂ ਮਿਲਦਾ, ਤੇ ਫਿਰ ਆਪਣੀ ਕਨਵੀਨੀਅੰਸ ਲਈ ਇਕੱਠੇ ਹੋ ਜਾਂਦੇ ਨੇ ਲੋਕ। ਭਾਰਤ ਵਿੱਚ ਇਸ ਤਰ੍ਹਾਂ ਦਾ ਕਈ ਵਾਰੀ ਹੋਇਆ। ਕੇਂਦਰ ਵਿੱਚ ਸਰਕਾਰਾਂ ਇਸ ਤਰ੍ਹਾਂ ਦੀਆਂ ਬਣੀਆਂ ਨੇ, ਕੁਝ ਲੰਬਾ ਸਮਾਂ ਚੱਲ ਗਈਆਂ, ਕੁਝ ਨਹੀਂ ਚੱਲੀਆਂ। ਪ੍ਰਸ਼ਾਂਤ ਕਿਸ਼ੋਰ ਇਸ ਨੂੰ ਸਿਰੇ ਤੋਂ ਨਕਾਰ ਰਹੇ ਨੇ, ਕਿਹਾ ਕਿ ਇਹ ਕੰਮ ਚੱਲਣ ਵਾਲਾ ਨਹੀਂ। ਕਾਂਗਰਸ ਨੂੰ ਵੱਡੇ ਪੱਧਰ ਤੇ ਆਪਣੇ ਸਿਧਾਂਤਕ ਢਾਂਚਾ ਵਿੱਚ ਸੁਧਾਰ ਕਰਨਾ ਪਏਗਾ। ਢਾਂਚੇ ਵਿੱਚ ਰੱਦੋ-ਬਦਲ ਕਰਨੇ ਪੈਣਗੇ, ਜਿਸ ਵਿੱਚ ਉਹ ਲੀਡਰਸ਼ਿਪ ਤੇ ਸਿੱਧੀ ਉਂਗਲ ਉਠਾਉਂਦੇ ਨੇ। ਦੂਸਰਾ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਸਾਨੂੰ ਇਹ ਫਰੰਟ ਬਣਾਉਣ ਲਈ ਸਮਾਂ ਲੱਗੇਗਾ, ਰਾਤੋਂ ਰਾਤ ਕੁਝ ਹੋਣ ਵਾਲਾ ਨਹੀਂ, ਤੇ ਭਾਜਪਾ ਨੂੰ ਚੈਲੰਜ ਕਰਨ ਲਈ ਕੋਈ ਠੋਸ ਗੱਲ ਚਾਹੀਦੀ ਹੈ। ਇਹ ਕੋਈ ਅਖੌਤੀ ਜਿਹਾ ਗੱਠਜੋੜ ਨਹੀਂ ਚੱਲੇਗਾ। ਜੀ ਕੁਲਦੀਪ ਜੀ, ਇਹ ਤਾਂ ਪ੍ਰਸ਼ਾਂਤ ਕਿਸ਼ੋਰ ਨੇ 2024 ਦੀਆਂ ਚੋਣਾਂ ਦੇ ਲਈ ਉਸ ਵੇਲੇ ਦਾ ਦੱਸਿਆ ਹੈ ਹਾਲ ਕਿ ਕੀ ਕੀਤਾ ਜਾ ਸਕਦਾ ਹੈ ਭਾਜਪਾ ਨੂੰ ਹਰਾਉਣ ਦੇ ਲਈ। ਪਰ ਜੇ ਹੁਣ ਅਸੀਂ ਗੱਲ ਕਰ ਲਈਏ
ਆ ਜਿਹੜੀਆਂ 20 ਫਰਵਰੀ ਨੂੰ ਵੋਟਾਂ ਪੰਜਾਬ ਦੇ ਵਿੱਚ ਦੇਸ਼ ਦੇ 5 ਸੂਬਿਆਂ 'ਚ ਹੋਣ ਜਾ ਰਹੀਆਂ ਨੇ ਤੇ ਪੰਜਾਬ ਵੀ ਉਹਨਾਂ 'ਚੋਂ ਇੱਕ ਹੈ ਤੇ ਇਸ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਨੇ, ਚੋਣ ਵਾਅਦੇ, ਤੇ ਕੁਝ ਇਹੋ ਜਿਹੇ ਗੈਰ ਵਾਜਿਬ ਨੇ, ਕੁਝ ਇਹੋ ਜਿਹੇ ਲੱਗਦੇ ਨੇ ਕਿ ਸਿਰਫ ਹਵਾ ਵਿੱਚ ਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਪਰ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਰੁਖ ਅਖਤਿਆਰ ਕੀਤਾ ਹੈ। ਅੱਜ ਸੁਪਰੀਮ ਕੋਰਟ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ, ਕੀ ਕਹਿਣਾ ਚਾਹੋਗੇ? ਸੁਪਰੀਮ ਕੋਰਟ ਨੇ ਇਹ ਆਖਿਆ ਜੀ ਕਿ ਮੁਫਤ ਚੋਣਾਂ ਤੋਂ ਬਾਅਦ ਮੁਫਤ ਕੁਝ ਸਹੂਲਤਾਂ ਦੇਣ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਚੋਣਾਂ ਤੋਂ ਪਹਿਲਾਂ ਤੇ ਵੋਟਰਾਂ ਨੂੰ ਸਿਰਫ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜੀ। ਇਸ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇ ਤੇ ਉਹਨਾਂ ਨੂੰ ਅਲਾਟ ਕੀਤੇ ਹੋਏ ਚੋਣ ਨਿਸ਼ਾਨ ਖੋਹ ਲਏ ਜਾਣ। ਹੁਣ ਗੱਲ ਇਹ ਆ ਜੀ ਕਿ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ ਜੀ, ਪੰਜਾਬ ਦੀ ਅਸੀਂ ਗੱਲ ਕਰੀਏ 4-5 ਨੇ। ਕਾਂਗਰਸ ਹੈ, ਅਕਾਲੀ ਦਲ ਹੈ, ਬਿਲਕੁਲ, ਬਹੁਜਨ ਸਮਾਜ ਪਾਰਟੀ ਆ, ਭਾਜਪਾ ਹੈ, ਆਮ ਆਦਮੀ ਪਾਰਟੀ ਹੈ। ਇਹੋ ਪੰਜ ਕੋਣੀ ਮੁਕਾਬਲਾ ਇਸ ਵਾਰ ਹੋਣ ਜਾ ਰਿਹਾ ਹੈ। ਪੰਜ ਕੋਣੀ ਮੁਕਾਬਲਾ। ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਵਿੱਚੋਂ ਇੱਕੋ ਇੱਕ ਮੈਨੂੰ ਜੋ ਨਜ਼ਰ ਆਉਂਦੀ ਹੈ ਉਹ ਭਾਜਪਾ ਤੇ ਉਹਨਾਂ ਦਾ ਗੱਠਜੋੜ ਹੀ ਹੈ ਜਿਨ੍ਹਾਂ ਨੇ ਅਜੇ ਤੱਕ ਉਹ ਵਾਅਦਾ ਕਰਨ ਦਾ ਜਿਹੜਾ ਹੈ ਕੁਝ ਨਹੀਂ ਕੀਤਾ। ਬਿਲਕੁਲ। ਸੋ ਬਾਕੀ ਪਾਰਟੀਆਂ ਨੂੰ ਜਿਹੜਾ ਹੈ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਵਾਅਦੇ ਕੀਤੇ ਨੇ। ਅਕਾਲੀ ਦਲ ਵਾਲੇ ਕੁਝ ਕਹਿ ਰਹੇ ਨੇ, ਕਾਂਗਰਸ ਨੇ ਬਹੁਤ ਵੱਡੇ ਵਾਅਦੇ ਕੀਤੇ ਨੇ ਤੇ ਕੇਜਰੀਵਾਲ ਨੇ ਤੇ ਸ਼ੁਰੂਆਤੀ ਵਾਅਦਿਆਂ ਤੋਂ ਕੀਤੀ ਸੀ। ਬਿਲਕੁਲ, ਉਹਨਾਂ ਦੇ ਮਗਰ ਹੀ ਸਾਰੇ ਲੱਗ ਗਏ, ਮਗਰ ਲੱਗੇ ਨੇ ਸਾਰੇ। ਬਿਲਕੁਲ। ਹੁਣ ਵਾਅਦੇ ਜਿਹੜੇ ਨੇ ਇਹਨਾਂ ਵਿੱਚੋਂ ਕੁਝ ਵਾਅਦੇ ਤੇ ਜਿਹੜੇ ਨੇ ਵਾਕਿਆ ਹੀ ਉਹ ਠੀਕ ਹੁੰਦੇ ਨੇ ਤੇ ਬਾਕੀ ਤੇ ਸਿਰਫ ਵੋਟਰਾਂ ਨੂੰ ਭਰਮਾਉਣ ਦਾ ਯਤਨ ਹੁੰਦਾ ਹੈ ਜੀ। ਗੱਲ ਮੁਫਤ ਦੀ ਹੈ ਕਿ ਮੁਫਤ ਬਿਜਲੀ, ਮੁਫਤ ਰਾਸ਼ਨ, ਮੁਫਤ ਕੁਝ ਹੋਰ ਦੇਵਾਂਗੇ। ਇਹ ਜਿਹੜੀਆਂ ਗੱਲਾਂ ਨੇ, ਮੁਫਤ ਬੱਸਾਂ ਵਿੱਚ ਸਫ਼ਰ ਦੀ ਸਹੂਲਤ, ਛੋਟੀਆਂ ਗੱਲਾਂ ਨੇ ਜਿਸ ਨਾਲ ਲੋਕਾਂ ਨੂੰ, ਔਰਤਾਂ ਨੂੰ ਜਿਹੜਾ ਹੈ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ। ਕਿਸੇ ਇੱਕ ਵਰਗ ਨੂੰ ਜਿਹੜਾ ਹੈ, ਵਰਗਾਂ ਨੂੰ ਟਾਰਗੇਟ ਕਰਕੇ ਇਹ ਜਿਹੜੇ ਨੇ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਲਿਆਂਦੇ ਜਾ ਰਹੇ ਨੇ। ਇਹ ਮਾੜੀ ਗੱਲ ਹੈ। ਇਸ ਪ੍ਰਤੀ ਸੁਪਰੀਮ ਕੋਰਟ ਨੇ ਜੋ ਇਹ ਉਹਨਾਂ ਨੇ ਇੱਕ ਜਾਣਕਾਰੀ ਜਿਹੜੀ ਹੈ ਚੋਣ ਕਮਿਸ਼ਨ ਨੂੰ ਮੰਗੀ ਹੈ ਔਰ ਉਹਨਾਂ ਨੂੰ ਲਿਖਿਆ ਹੈ ਕਿ ਤੁਸੀਂ ਇਸ ਬਾਰੇ ਆਪਣੀ ਰਾਏ ਦੱਸੋ ਕਿ ਆਹ ਕੰਮ ਕਿਉਂ ਨਾ ਕਰ ਦਿੱਤੇ ਜਾਣ। ਇਹ ਚੰਗੀ ਗੱਲ ਹੈ, ਮੈਂ ਇਸ ਨੂੰ ਠੀਕ ਸਮਝਦਾ, ਪਰ ਹਟਣ ਵਾਲੇ ਨਹੀਂ। ਤੇ ਸੁਪਰੀਮ ਕੋਰਟ ਦਾ ਜੇ ਦਬਕਾ ਹੀ ਚੱਲ ਜਾਵੇ ਕਿ ਚਲੋ ਘੱਟੋ ਘੱਟ ਗਾਂ ਹੀ ਨਾ ਕੋਈ ਇਸ ਤਰ੍ਹਾਂ ਦੇ ਬਿਆਨ ਦੇਵੇ, ਫਿਰ ਵੀ ਮੈਨੂੰ ਲੱਗਦਾ ਕਿ ਹਟਣ ਵਾਲੇ ਨਹੀਂ। ਸੁਪਰੀਮ ਕੋਰਟ ਤੇ ਬਹੁਤ ਸਾਰੇ ਮੁੱਦਿਆਂ ਤੇ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਸਾਰੇ ਜਿਹੜੇ ਨੇ ਹੁਕਮ ਜਾਰੀ ਕੀਤੇ ਹੋਏ ਨੇ ਤੇ ਉਹਨਾਂ ਦੀ ਅਦੂਲੀ ਸਮੇਂ-ਸਮੇਂ ਤੇ ਹੋ ਜਾਂਦੀ ਹੈ। ਸੋ ਲੋਕਾਂ ਨੂੰ ਹੀ ਆਪਣੇ ਤੌਰ ਤੇ ਮੈਂ ਸਮਝਦਾ ਕਿ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਕਿਹੜੀਆਂ ਗੱਲਾਂ ਦੀ ਲੋੜ ਹੈ? ਸਾਨੂੰ ਮੁਫਤ ਸਹੂਲਤਾਂ ਦੀ ਲੋੜ ਹੈ ਕਿ ਸਾਨੂੰ ਰੋਜ਼ਗਾਰ ਦੀ ਲੋੜ ਹੈ, ਸਾਨੂੰ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਦੀ ਲੋੜ ਹੈ। ਇਹ ਸਾਰੀਆਂ ਗੱਲਾਂ ਦੱਸੀਆਂ ਜਾਣ ਤੇ ਜ਼ਿਆਦਾ ਬਿਹਤਰ ਹੋਵੇਗਾ। ਸੁਪਰੀਮ ਕੋਰਟ ਵੱਲੋਂ ਵੈਸੇ ਇਹ ਚੰਗਾ ਕਦਮ ਹੈ ਜੀ। ਬਿਲਕੁਲ ਕੁਲਦੀਪ ਜੀ, ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਮਿਹਨਤ ਵਾਲੇ ਬਣਾਉਣਾ ਹੈ, ਨਾ ਕਿ ਉਹਨਾਂ ਨੂੰ ਮੁਫਤਖੋਰ ਬਣਾਉਣਾ ਹੈ। ਕਿਉਂਕਿ ਕਿਸੇ ਵੀ ਸੂਬੇ ਦੇ ਵਿੱਚ ਗਿਰਾਵਟ ਜਦੋਂ ਆਉਂਦੀ ਹੈ, ਆਰਥਿਕ ਪੱਖ ਤੋਂ ਲਾ ਲਈਏ ਜਾਂ ਕਿਸੇ ਵੀ ਪੱਖ ਤੋਂ ਲਾ ਲਈਏ, ਤਾਂ ਜਦੋਂ ਲੋਕ ਮੁਫਤਖੋਰ ਹੋ ਜਾਂਦੇ ਨੇ। ਸੋ ਕੁਲਦੀਪ ਜੀ, ਤੁਸੀਂ ਸਟੂਡੀਓ ਵਿੱਚ ਆਏ, ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।